ਜਸ ਟੀਵੀ ਦੇਖ ਰਹੇ ਹੋ ਤੁਸੀਂ। मैं केपी सिंह ਅੱਜ ਦਾ ਮੁੱਦਾ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਭਾਰਤ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਇਸ ਵਕਤ ਬਹੁਤ ਜ਼ਿਆਦਾ ਤਣਾਅ ਹੈ ਤੇ ਉਸ ਤਣਾਅ ਦੀ ਵਜ੍ਹਾ ਹਰਦੀਪ ਸਿੰਘ ਨਿੱਜਰ ਦਾ ਕਤਲ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਤਣਾਅ ਸੀ, ਇਸ ਤੋਂ ਪਹਿਲਾਂ ਵੀ ਕੋਈ ਖਟਾਸ ਸੀ ਜਿਹੜੀ ਹੌਲੀ ਹੌਲੀ ਵੱਧਦੀ ਹਰਦੀਪ ਸਿੰਘ ਨਿੱਜਰ ਤੇ ਫੋਕਸ ਹੋ ਗਈ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਇਸ ਦੇ ਪਿਛੋਕੜ ਵਿੱਚ ਕੀ ਹੈਗਾ ਤੇ ਇਸ ਦੀ ਜੜ ਵਿੱਚ ਕੀ ਹੈਗਾ, ਕੁੜੱਤਣ ਦੀ ਅਸਲ ਜੜ। ਫਟਾਫਟ ਤੁਹਾਨੂੰ ਪੁਆਇੰਟਰ ਦੱਸ ਦਈਏ, ਉਸ ਤੋਂ ਬਾਅਦ ਉਹ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੋਣਗੇ। ਖਾਲਿਸਤਾਨ ਹਮਾਇਤੀ ਨਿੱਜਰ ਤੇ ਟਰੂਡੋ ਦੇ ਬਿਆਨ ਨੇ ਬਹਿਸ ਪਖਾ ਦਿੱਤੀ ਹੈ ਤੇ ਇਹ ਬਹਿਸ ਦੇ ਵਿਚਾਲੇ ਤਣਾਅ ਜਿਹੜਾ ਦੋਨਾਂ ਮੁਲਕਾਂ ਦੇ ਵਿੱਚ ਵੱਧ ਗਿਆ। ਹਰਦੀਪ ਸਿੰਘ ਨਿੱਜਰ ਦੇ ਕਤਲ ਤੇ ਭਾਰਤ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ ਤੇ ਜਦੋਂ ਕਟਹਿਰੇ 'ਚ ਖੜਾ ਕੀਤਾ ਗਿਆ ਤੇ ਉਦੋਂ ਪਾਰਲੀਮੈਂਟ ਵਿੱਚ ਇਹ ਬਿਆਨ ਦਿੱਤਾ ਗਿਆ। ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਤੁਕਾ ਦੱਸਿਆ, ਮੁੱਢੋਂ ਰੱਦ ਕੀਤੇ ਆ ਸਾਰੇ ਇਲਜ਼ਾਮ ਤੇ ਨਾਲ ਹੀ ਇਸ ਪੂਰੇ ਮੁੱਦੇ ਤੇ ਸਿਆਸਤ ਪੱਕੀ ਹੋਈ। ਦੋਹਾਂ ਮੁਲਕਾਂ 'ਚ ਤਣਾਅ ਵਧਿਆ ਹੋਇਆ, ਇੱਕ ਦੂਜੇ ਤੇ ਡਿਪਲੋਮੈਟਸ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਸ ਕਾਰਵਾਈ ਦੇ ਵਿਚਾਲੇ ਬਹੁਤ ਸਾਰੇ ਸਵਾਲ ਹੈ। ਭਾਰਤ ਦੇ ਐਕਸ਼ਨ ਮਗਰੋਂ ਇਹ ਇੰਡੀਅਨ ਮੀਡੀਆ ਮੰਨਦਾ ਪਿਆ ਕਿ ਕੈਨੇਡੀਅਨ PM ਟਰੂਡੋ ਦਾ ਰੁਖ ਨਰਮ ਪਿਆ ਤੇ ਉਧਰਲਾ ਮੀਡੀਆ ਕੀ ਮੰਨਦਾ ਪਿਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਲਾਜ਼ਮੀ ਹੈਗੀ ਹੈ। ਭਾਰਤ ਨੂੰ ਭੜਕਾਉਣਾ ਜਾਂ ਤਣਾਅ ਵਧਾਉਣਾ ਨਹੀਂ ਚਾਹੁੰਦੇ। ਜਸਟਿਨ ਟਰੂਡੋ ਹਰਾਂ ਨੇ ਇਹ ਬਿਆਨ ਦਿੱਤਾ, ਪਰ ਇਹ ਬਿਆਨ ਹੈ ਜਿਹੜਾ ਉਹ ਪਾਰਲੀਮੈਂਟ ਤੋਂ ਬਾਹਰ ਹੈ। ਦੋਹਾਂ ਮੁਲਕਾਂ ਵੱਲੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਆਪਣੇ ਲਈ ਹਦਾਇਤਾਂ ਦਿੱਤੀਆਂ ਗਈਆਂ ਤੇ ਇਹ ਹਦਾਇਤਾਂ ਵੀ ਬਹੁਤ ਸਾਰੇ ਸਵਾਲਾਂ ਨੂੰ ਜਨਮ ਦਿੰਦੀਆਂ ਨੇ। ਕੈਨੇਡਾ ਵੱਲੋਂ ਭਾਰਤ 'ਤੇ ਲਾਏ ਇਲਜ਼ਾਮਾਂ ਤੇ ਕਈ ਮੁਲਕਾਂ ਨੇ ਚਿੰਤਾ ਪ੍ਰਗਟਾਈ ਹੈ। ਇਹ ਚਿੰਤਾ ਦਾ ਮਤਲਬ ਹੈ ਕਿ ਉਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ। ਜਿਹੜੇ ਦੋ ਮਹਿਮਾਨ ਸਾਡੇ ਨਾਲ ਮੌਜੂਦ ਆ, ਤਾਰਫ ਕਰਾਂਗੇ ਤੇ ਉਸ ਤੋਂ ਬਾਅਦ ਮੁੱਦਾ ਤੁਹਾਡੇ ਸਾਹਮਣੇ ਹੋਵੇਗਾ। ਪ੍ਰੋਫੈਸਰ ਜਗਰੂਪ ਸਿੰਘ ਸੇਖੋ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ, ਅਕਸਰ ਟੀਵੀ ਡਿਬੇਟਸ ਵਿੱਚ ਤੁਸੀਂ ਇਹਨਾਂ ਨੂੰ ਦੇਖਦੇ ਹੋ, ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਜਗਰੂਪ ਸਿੰਘ ਸੇਖੋ, ਤੁਹਾਡਾ ਬਹੁਤ ਸਵਾਗਤ ਹੈ ਸਰ। ਪ੍ਰੋਫੈਸਰ ਮੁਹੰਮਦ ਖਾਲਿਦ, ਇਹਨਾਂ ਨੂੰ ਵੀ ਤੁਸੀਂ ਅਕਸਰ ਸਾਡੇ ਸ਼ੋਅਸ ਵਿੱਚ ਦੇਖਦੇ ਰਹਿੰਦੇ ਹੋ ਤੇ ਪ੍ਰੋਫੈਸਰ ਮੁਹੰਮਦ ਖਾਲਿਦ ਨੂੰ ਇੰਟਰਨੈਸ਼ਨਲ ਪੋਲਿਟਿਕਸ ਬਾਰੇ ਬਹੁਤ ਕੁਝ ਪਤਾ, ਜਿਵੇਂ ਜਗਰੂਪ ਸਿੰਘ ਸੇਖੋ ਹੋਰਾਂ ਨੂੰ ਪਤਾ। ਦੋਨੋਂ ਹੀ ਆਪਣੇ ਆਪਣੇ ਵਿਸ਼ੇ ਦੇ ਮਾਹਰ ਆ ਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕੁੜੱਤਣ ਦੀ ਅਸਲ ਜੜ ਕੀ। ਡਾਕਟਰ ਖਾਲਿਦ, ਤੁਹਾਡਾ ਵੀ ਸਵਾਗਤ ਹੈ ਸਰ। ਮਿਹਰਬਾਨੀ। ਡਾਕਟਰ ਖਾਲਿਦ, ਤੁਹਾਡੇ ਤੋਂ ਆਗਾਜ਼ ਕਰਦਾ ਮੈਂ ਇਸ ਡਿਬੇਟ ਦਾ। ਡਾਕਟਰ ਖਾਲਿਦ, ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਇਲਜ਼ਾਮਾਂ ਤੇ ਜਿਹੜੀ ਬਹਿਸ ਛਿੜੀ ਹੈ ਸਰ, ਭਾਰਤ ਕੈਨੇਡਾ ਵਿੱਚ ਟੈਨਸ਼ਨ ਦਾ ਟਾਰਗੇਟ ਸਿਰਫ ਉਹੀ ਹੈ ਸਰ ਜਾਂ ਉਸ ਤੋਂ ਪਿੱਛੇ ਵੀ ਤੁਸੀਂ ਕੁਝ ਦੇਖਦੇ ਹੋ? ਨਹੀਂ, ਜਿਹੜੀ ਇਹ ਟੈਨਸ਼ਨ ਹੈਗੀ ਹੈ ਭਾਰਤ ਤੇ ਕੈਨੇਡਾ ਦੇ ਰਿਲੇਸ਼ਨਸ ਦੇ ਵਿੱਚ, ਇਹ ਤਾਂ ਕਾਫੀ ਦੇਰ ਤੋਂ ਚੱਲੀ ਆ ਰਹੀ ਹੈ। ਉਹਦਾ ਜਿਹੜਾ ਇੱਕ ਕਲਮੀਨੇਸ਼ਨ ਪੁਆਇੰਟ ਜਾਂ ਸਮਝ ਲਓ ਇਹ ਜਿਹੜਾ ਨਿੱਜਰ ਦਾ ਕਤਲ ਹੈ ਔਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਇੱਕ ਕਲਮੀਨੇਸ਼ਨ ਹੈ। ਇਸ ਤੇ ਅੱਗੇ ਵੀ ਮਾਮਲਾ ਜਿਹੜਾ ਹੈਗਾ ਉਹ ਭਖਣ ਦੀ ਸੰਭਾਵਨਾ ਹੈ। ਗੱਲ ਇਹ ਹੈ ਕਿ ਆਪਾਂ ਨੂੰ ਪਤਾ ਹੈ ਕਿ ਜਿਸ ਵੇਲੇ ਫਾਰਮ ਐਜੀਟੇਸ਼ਨ ਚੱਲ ਰਿਹਾ ਸੀਗਾ ਉਸ ਵੇਲੇ ਵੀ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਸੀਗਾ ਫਾਰਮਰਸ ਦੇ ਹੱਕ ਦੇ ਵਿੱਚ। ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਇੰਡੀਅਨ ਗਵਰਨਮੈਂਟ ਕੈਨੇਡਾ ਦੀ ਗਵਰਨਮੈਂਟ ਨੂੰ ਕਹਿੰਦੀ ਰਹੀ ਹੈ ਕਿ ਇੱਥੇ ਸਾਡੇ ਐਂਟੀ ਇੰਡੀਅਨ ਐਲੀਮੈਂਟ ਜਿਹੜੇ ਹੈਗੇ ਪਨਪ ਰਹੇ ਹੈ ਖਾਲਿਸਤਾਨ ਮੂਵਮੈਂਟ ਦੇ, ਚਾਹੇ ਉਹ ਸਿੱਖ ਫॉर ਜਸਟਿਸ ਦੀ ਗੱਲ ਕਰ ਲਓ, ਚਾਹੇ ਉਹ ਜਿਹੜਾ ਰੈਫਰੈਂਡਮ ਹੈ ਉਹਦੀ ਗੱਲ ਕਰ ਲਓ, ਜੋ ਕੁਝ ਵੀ ਹੋ ਰਿਹਾ ਹੈ ਇੰਡੀਆ ਬਾਰ-ਬਾਰ ਇਹ ਗੱਲ ਜਿਹੜਾ ਹੈਗਾ ਚਿਤਾਉਂਦਾ ਰਿਹਾ ਹੈ ਕੈਨੇਡੀਅਨ ਗਵਰਨਮੈਂਟ ਨੂੰ। ਔਰ ਫਿਰ ਕੈਨੇਡਾ ਦੇ ਵਿੱਚ ਇੰਡੀਅਨ ਡਿਪਲੋਮੈਟਸ ਦੇ ਉੱਪਰ ਹਮਲਾ ਜਾਂ ਇੰਡੀਅਨ ਐਮਬੈਸੀ ਜਾਂ ਕੌਂਸੂਲੇਟ ਦੇ ਉੱਪਰ, ਉਹ ਸਾਰਾ ਚੀਜ਼ਾਂ ਵੀ ਆਪਾਂ ਦੇਖਦੇ ਰਹੇ ਹਾਂ। ਔਰ ਇਸ ਦੇ ਬਾਵਜੂਦ ਕੋਈ ਇਸ ਤਰ੍ਹਾਂ ਦਾ ਮੈਜਰ ਨਹੀਂ ਲਿੱਤਾ ਗਿਆ ਜਿਹਦੇ ਨਾਲ ਦੋਨੇ ਜਿਹੜੇ ਹੈਗੇ ਨੇੜੇ ਆਉਣ ਦੀ ਕੋਸ਼ਿਸ਼ ਕਰਨ। ਇਨਫੈਕਟ ਜਸਟਿਨ ਟਰੂਡੋ ਇੰਡੀਆ ਦੇ ਨਾਲ ਜਿਹੜੇ ਰਿਲੇਸ਼ਨਸ ਹੈ ਉਹਨਾਂ ਨੂੰ ਉੱਥੇ ਜਿਹੜਾ ਸਾਡਾ ਡਾਇਸਪੋਰਾ ਹੈ, ਖਾਸ ਤੌਰ ਪਰ ਸਿੱਖ ਕਮਿਊਨਿਟੀ ਜਿਹੜੀ ਕਿ ਉਹਦੀ ਕਾਫੀ ਸਮਰਥਕ ਤੇ ਸਪੋਰਟਰ ਹੈ ਔਰ ਉਹਨਾਂ ਦੀ ਸਰਕਾਰ ਜਿਹੜੀ ਹੈ ਉਹ ਇੱਕ ਪੰਜਾਬੀ ਪਾਰਟੀ ਦੇ ਸਿਰ ਤੇ ਖੜੀ ਹੈ। ਇਸ ਵਜ੍ਹਾ ਕਰਕੇ ਉਹ ਜਿਹੜੇ ਹੈਗੇ ਆ ਇੰਡੀਆ ਦੇ ਨਾਲ ਸੰਬੰਧਾਂ ਨੂੰ ਉਸ ਪ੍ਰਿਜ਼ਮ ਦੇ ਵਿੱਚੋਂ ਦੇਖਦੇ ਆ, ਉਹਦੇ ਥਰੂ ਦੇਖਦੇ ਆ। ਇਹ ਇੱਕ ਬਹੁਤ ਵੱਡੀ ਉਹਨਾਂ ਦੀ ਮਜਬੂਰੀ ਵੀ ਹੈ ਡੋਮੈਸਟਿਕ ਪੋਲਿਟਿਕਸ ਦੀ ਆਪਾਂ ਕਹਿ ਸਕਦੇ ਹਾਂ। ਔਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਪ੍ਰੈਸ਼ਰ ਵੀ ਉਹਨਾਂ ਪਰ। ਡਾਕਟਰ ਖਾਲਿਦ, ਜਿਹੜਾ ਤੁਸੀਂ ਨੁਕਤਾ ਉਠਾਇਆ ਕਿ ਮਜਬੂਰੀ ਹੈ, ਉਸ ਪ੍ਰਿਜ਼ਮ ਵਿੱਚੋਂ ਦੇਖਦੇ ਪਏ ਆ ਸਰ, ਸਵਾਲ ਇਹ ਹੈ ਕਿ ਜੇ ਉਸ ਪ੍ਰਿਜ਼ਮ ਵਿੱਚੋਂ ਦੇਖਦੇ ਪਏ ਤਾਂ ਟਰੂਡੋ ਹਰਾਂ ਨੇ ਦਬਾਅ ਹੇਠ, ਜਿਹੜਾ ਦਬਾਅ ਸ਼ਬਦ ਤੁਸੀਂ ਵਰਤਦੇ ਪਏ ਹੋ, ਉਸ ਦਬਾਅ ਹੇਠ ਚੱਲਦੀ ਜਾਂਚ ਦੇ ਵਿਚਾਲੇ ਇਹ ਬਿਆਨ ਦਿੱਤਾ ਸਰ, ਉਸ ਦਬਾਅ ਹੇਠ ਦਾ ਇਹ ਬਿਆਨ ਦਿੱਤਾ ਗਿਆ।
ਦੇਖੋ ਇਦਾਂ ਹੈ ਕਿ ਦੋ ਚੀਜ਼ਾਂ ਮੈਂ ਤੁਹਾਨੂੰ ਕਹਾਂਗਾ ਕਿ ਕੁਝ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਸੋਸ਼ਲ ਬਲੌਗਰਸ ਜਾਂ ਯੂਟਿਊਬਰ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਮੋਟਰ ਮਾਊਥ ਯਾਨੀ ਕਾਫੀ ਗੱਲਾਂ ਕਿ ਜੀ ਇਹ ਮੋਸਦ ਜਿਹੜੀ ਹੈਗੀ ਹੈ ਇਜ਼ਰਾਈਲ ਦੀ ਗੁਪਤਚਰ ਏਜੰਸੀ ਉਹਨੇ ਨਾਲ ਮਿਲ ਕੇ ਅਸੀਂ ਦੇਖੋ ਕੀ ਕੁਝ ਕਰ ਸਕਦੇ ਹਾਂ, ਇਸ ਤਰ੍ਹਾਂ ਦੀਆਂ ਗੱਲਾਂ ਵੀ ਕੁਝ ਨਹੀਂ ਕੀਤੀਆਂ। ਲੇਕਿਨ ਮੈਂ ਇਹ ਗੱਲ ਕਹਾਂਗਾ ਕਿ ਜਸਟਿਨ ਟਰੂਡੋ ਦਾ ਜਿਹੜਾ ਬਿਆਨ ਪਾਰਲੀਮੈਂਟ 'ਚ ਦੇਣਾ ਔਰ ਕੈਨੇਡਾ ਵਰਗੇ ਕੰਟਰੀ ਦੇ ਵਿੱਚ ਜਿੱਥੇ ਰੂਲ ਆਫ ਲਾਅ ਹੈ ਆਪਾਂ ਸਾਰੇ ਜਾਣਦੇ ਹਾਂ, ਤਾਂ ਉਹ ਵਿਦਆਊਟ ਐਨੀ ਰੀਜ਼ਨ ਨਹੀਂ ਹੈ। ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਉਹੀ ਉੱਠ ਕੇ ਬਿਆਨ ਦੇਤਾ ਇੱਥੋਂ ਗਏ ਕਿਉਂਕਿ G20 ਦੇ ਵਿੱਚ ਉਹਨਾਂ ਦੇ ਇੱਥੇ ਕੋਈ ਵਧੀਆ ਰਿਸੈਪਸ਼ਨ ਨਹੀਂ ਹੋਈ ਜਾਂ ਠੀਕ ਉਹਨਾਂ ਦਾ ਇੱਥੇ ਨਹੀਂ ਸੀਗਾ, ਉਹਨਾਂ ਨੂੰ ਪ੍ਰੋਪਰ ਨਹੀਂ ਸਨਮਾਨ ਦਿੱਤਾ ਗਿਆ ਜਾਂ ਕੁਝ ਨੇ ਕਿਹਾ ਕਿ ਉਹਨਾਂ ਦੇ ਆਪਸ ਦੇ ਵਿੱਚ ਗਰਮ डिस्कशन भी हुई इंडियन प्राइम मिनिस्टर उस तो बाद जाके बयान दिता। इस तरह की गल नहीं है। नहीं तुसी टाइमिंग ਨੂੰ ਖਾਰਜ ਕਰਦੇ ਪਏ ਡਾਕਟਰ ਖਾਲਿਦ, ਤੁਸੀਂ ਟਾਈਮਿੰਗ ਨੂੰ ਖਾਰਜ ਕਰਦੇ ਪਏ ਹੋ। ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਅਸੀਂ ਅਮਰੀਕਾ ਦੇ ਨਾਲ ਬੜੇ ਕਲੋਜ਼ਲੀ ਇਹ ਗੱਲ ਕਹੀ ਹੈ, ਉੱਥੇ ਦੇ ਇੱਕ ਆਫੀਸਰ ਨੇ ਬੜੇ ਕਲੋਜ਼ਲੀ ਉਹਨਾਂ ਨਾਲ ਅਸੀਂ ਇਨ ਟੱਚ ਰਹੇ ਹਾਂ ਇਸ ਮਾਮਲੇ ਦੇ ਉੱਪਰ। ਉਸ ਦੇ ਬਾਅਦ ਇਹ ਬਿਆਨ ਆਇਆ ਹੈ, ਲੇਕਿਨ ਇਹਦੇ ਬਾਰੇ ਜਿਹੜੇ ਵੀ ਤੱਥ ਹੈ ਜਿਹੜੇ ਵੀ ਐਵੀਡੈਂਸ ਹੈ ਉਹ ਪਬਲਿਕ ਡੋਮੇਨ ਦੇ ਵਿੱਚ ਆਉਣੀ ਚਾਹੀਦੀ ਹੈ। ਠੀਕ ਹੈ ਡਾਕਟਰ ਸੇਖੋ, ਮੈਂ ਜਿਹੜਾ ਸਵਾਲ ਡਾਕਟਰ ਖਾਲਿਦ ਨੂੰ ਕਰ ਰਿਹਾ ਸੀ ਉਹੀ ਸਵਾਲ ਤੁਹਾਨੂੰ ਕਰਨ ਜਾ ਰਿਹਾ। ਟਾਈਮਿੰਗ ਨੂੰ ਸਰ ਰਿਜੈਕਟ ਕਰ ਦਈਏ ਅਸੀਂ, ਟਾਈਮਿੰਗ ਕੋਈ ਮੈਟਰ ਨਹੀਂ ਕਰਦੀ ਜਿਹੜੇ ਬਿਆਨ ਦੀ ਟਾਈਮਿੰਗ। ਕੇਪੀ ਸਿੰਘ ਹਿਸਟੋਰਿਕ ਕੰਟੈਕਸਟ ਜਾਣਾ ਪਊਗਾ, ਖਾਸ ਕਰਕੇ ਇਹ ਜਿਹੜੀ ਮਾਈਗ੍ਰੇਸ਼ਨ ਹੋਈ ਆ, ਜਿਹੜੀ ਇਲੀਗਲ ਮਾਈਗ੍ਰੇਸ਼ਨ ਸੀਗੀ ਜਦੋਂ ਪੰਜਾਬ ਦੇ ਵਿੱਚ ਹਾਲਾਤ ਉਸ ਕਿਸਮ ਦੇ ਸੀਗੇ, ਉਸ ਸਮੇਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਆ ਔਰ ਉਹ ਲੋਕ ਕਿਸ ਹਾਲਾਤਾਂ 'ਚ ਪਹੁੰਚੇ ਆ ਉਹ 'ਚ ਦੋਨੋਂ ਪਾਸੇ ਆ। ਕੁਝ ਲੋਕਾਂ ਦਾ ਉੱਥੇ ਪਹੁੰਚਣਾ ਵੋਲੰਟਰੀ ਸੀਗਾ, ਕੁਝ ਲੋਕਾਂ ਦਾ ਪਹੁੰਚਣਾ ਇਨਵੋਲੰਟਰੀ ਸੀਗਾ। ਕੁਝ ਹੋ ਸਕਦਾ ਵਿਕਟਮ ਹੋਣ, ਕੁਝ ਹੋ ਸਕਦਾ ਸੀ ਕਿ ਬਾਹਰ ਜਾਣ ਦੀ ਚਾਹਤ ਦੇ ਵਿੱਚ ਜਾ ਕੇ ਉੱਥੇ ਵਿਕਟਮ ਬਣੇ। ਇਹ ਇੱਕ ਜਿਹਨੂੰ ਕਹਿੰਦੇ ਨਾ ਸੇਫ ਹੈਪਨ ਵੀ ਅਮਰੀਕਾ ਹੋਇਆ, ਇਹ ਹੋਇਆ, ਇੰਗਲੈਂਡ ਹੋਇਆ, ਯੂਰਪੀਅਨ ਕੰਟਰੀਜ਼ ਉਸ ਸਮੇਂ ਸੀਗਾ, ਕਿਉਂਕਿ ਜਿਹੜੀ ਮੂਵਮੈਂਟ ਪੰਜਾਬ ਦੇ ਵਿੱਚ ਚੱਲੀ ਸੀਗੀ ਇਹ ਪੰਜਾਬ ਦੇ ਵਿੱਚ ਕਦੀ ਉਸ ਮੂਵਮੈਂਟ ਨੂੰ ਸਪੋਰਟ ਹੋਈ ਨਹੀਂ ਸੀਗੀ। ਤੁਸੀਂ ਦੇਖੋ ਨਾ ਖਾਲਿਸਤਾਨ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਐਕਸਪਲੇਨੇਸ਼ਨ ਹੈਗੀਆਂ ਵੀ ਰਾਈਜ਼ ਹੋਇਆ ਖਾਲਿਸਤਾਨ, ਆ ਹੋਇਆ, ਇਹ ਹੋਇਆ, ਬਟ ਡੂ ਵੀ ਹੈਵ ਐਨੀ ਸਿੰਗਲ ਐਕਸਪਲੇਨੇਸ਼ਨ ਕਿ ਏਡੀ ਛੇਤੀ ਡਿਸਪੀਅਰ ਕਿਉਂ ਹੋਇਆ? ਸਾਨੂੰ ਜਦੋਂ ਰਿਬੇਰੀਓ ਸਾਹਿਬ ਇੱਥੇ ਆਏ ਸੀਗੇ DGP ਬਣ ਕੇ 86 ਦੇ ਵਿੱਚ ਸ਼ਾਇਦ, ਉਹਨਾਂ ਨੇ ਗੱਲ ਕਹੀ ਸੀਗੀ ਕਿ ਭਾਈ ਸਾਹਿਬ ਅੱਤਵਾਦ ਜਿੱਥੇ ਆ ਜਾਂਦਾ ਵਾ ਤੁਹਾਨੂੰ ਅੱਤਵਾਦ ਦੇ ਵਿੱਚ ਰਹਿਣ ਦੀ ਜਾਂਚ ਸਿੱਖਣੀ ਪਊਗੀ। ਉਹਨਾਂ ਸਪੇਨ ਦੀ ਗੱਲ ਕੀਤੀ, ਉਹਨਾਂ ਨੇ ਆਇਰਲੈਂਡ ਦੀ ਗੱਲ ਕੀਤੀ, ਉਹਨਾਂ ਹੋਰ ਗੱਲ ਕੀਤੀ, ਸ਼ਾਇਦ ਉਹ ਵਾਕਫ ਨਹੀਂ ਸੀਗਾ। ਪਰ ਜਦੋਂ ਅੱਤਵਾਦ ਇੱਥੋਂ ਖਤਮ ਹੋਇਆ ਵਾ ਉਹ ਡਿਸਪੀਅਰ ਕਿਉਂ ਹੋਇਆ ਵਿਦਨ ਨੋ ਟਾਈਮ? ਕਿ ਉਹਦਾ ਕਾਰਨ ਕੀ ਸੀਗਾ ਕਿ ਇੰਡੀਜੀਨੀਅਸ ਮੂਵਮੈਂਟ ਉਸ ਸਮੇਂ ਨਹੀਂ ਸੀਗੀ, ਬਣਾਈ ਗਈ ਜੋ ਮਰਜ਼ੀ ਕਹੀ ਚਲੋ, ਅਸੀਂ ਸੌਫਟ ਕਰਕੇ ਹਾਂ ਫਲਾਨਾ ਲਾਲਾ ਪਾਪਾ ਜੋ ਮਰਜ਼ੀ ਕਰੀ ਚਲੀਏ। ਬਾਹਰਲੀਆਂ ਜਿਹੜੀਆਂ ਖਾਸ ਕਰਕੇ ਕੈਨੇਡਾ ਹੈਗਾ ਉਹ 'ਚ ਬਹੁਤ ਸਪੇਸ ਓਪਨ ਹੁੰਦੀ ਆ। ਇਹ ਕਲੈਸ਼ ਆਫ ਜਿਹੜੀਆਂ ਤੁਹਾਡੀਆਂ ਨੂੰ ਮੈਂ ਨਹੀਂ ਕਹੂੰਗਾ ਵੀ ਸਿਵਲਾਈਜੇਸ਼ਨ ਆਸਪੈਕਟ ਨਹੀਂ, ਕਲੈਸ਼ ਆਫ ਜਿਹੜੀ ਓਪਨਨੈਸ ਵੀ ਹੈਗੀ ਆ। ਉੱਥੇ ਕਿਊਬੈਕ ਦੇ ਵਿੱਚ ਤੁਸੀਂ ਦੇਖਿਆ ਰੈਫਰੈਂਡਮ ਕਰਵਾਇਆ ਸੀ ਉਹਨਾਂ ਨੇ, ਇਹ ਮੇਰੇ ਸਾਥੀ ਦੱਸ ਸਕਦੇ ਉਹਨਾਂ ਦੇ ਵਿੱਚੋਂ। ਉਹਨਾਂ ਨੇ ਕਿਹਾ ਵੀ ਜੇ ਵੱਖਰਾ ਹੋਣਾ ਤੇ ਤੁਸੀਂ ਹੋ ਜਾਓ, ਤੁਸੀਂ ਉਹਦੇ ਵਿੱਚੋਂ ਜਾ ਕੇ ਲੈ ਲਓ, ਤੁਸੀਂ ਉਹਨਾਂ ਲਈ ਨੋਰਮਲ ਗੱਲ ਹੈਗੀ ਆ। ਔਰ ਇਹ ਇਸ ਕਿਸਮ ਦੀ ਲਿਬਰਟੀ ਕਹੀ ਜਾਂਦੇ ਆ, ਕਰੀ ਜਾਂਦੇ ਆ, ਜੋ ਮਰਜ਼ੀ ਉਸ ਤਰੀਕੇ ਨਾਲ ਹੋ ਜਾਓ। ਇਸ ਵੇਲੇ ਜਿਹੜਾ ਫਲੈਸ਼ ਪੁਆਇੰਟ ਹੈਗਾ ਉਹਦੇ ਬਹੁਤ ਸਾਰੇ ਹੋਰ ਰੀਜ਼ਨਸ ਹੈਗੇ ਆ। ਰੀਜ਼ਨ ਉਹਦੇ ਵਿੱਚ ਪੋਲੀਟੀਕਲ ਕੰਪਲਸ਼ਨਸ ਵੀ ਹੈਗੀ ਹੈ, ਸਿਰਫ ਟਰੂਡੋ ਦੀ ਨਹੀਂ ਹੈਗੀ, ਇਹ ਪੋਲੀਟੀਕਲ ਕੰਪਲਸ਼ਨ ਇੱਥੋਂ ਦੀ ਵੀ ਹੈਗੀ ਆ। 2018 ਦੇ ਵਿੱਚ ਟਰੂਡੋ ਸਾਹਿਬ ਆਏ ਸੀ, ਕਿੱਦਾਂ ਉਹਨੂੰ ਟ੍ਰੀਟ ਕੀਤਾ ਗਿਆ, ਉਹਨਾਂ ਦੇ ਡਿਫੈਂਸ ਮਿਨਿਸਟਰ ਆਏ ਸੀ, ਕਿੱਦਾਂ ਉਹਨਾਂ ਨੂੰ ਟ੍ਰੀਟ ਕੀਤਾ ਗਿਆ। ਔਰ ਇਹ ਸਾਰੀਆਂ ਗੱਲਾਂ ਉੱਥੋਂ ਦੇ ਜਿਹੜੇ ਇੰਡੀਜੀਨਸ ਹਾਲਾਤ ਹੈਗੇ ਆ, ਕਿਸ ਤਰੀਕੇ ਨਾਲ ਗੁਰਦੁਆਰਾ ਪੋਲਿਟਿਕਸ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਫਿਟਿੰਗ ਬਿਜ਼ਨਸ ਬਣ ਰਿਹਾ ਵਾ, ਇੱਕ ਬਹੁਤ ਵੱਡਾ ਇੰਸਟੀਟਿਊਸ਼ਨਲ ਜਿਹੜਾ ਹੈਗਾ ਸਟਰਕਚਰ ਬਣ ਰਿਹਾ ਵਾ ਕਿ ਜਿਨ੍ਹਾਂ ਦਾ ਉਹਦੇ ਉੱਤੇ ਕੰਟਰੋਲ ਹੁੰਦਾ। ਕੱਲੇ ਵੈਨਕੂਵਰ ਦੇ ਵਿੱਚ ਕਈ 100 ਮੈਂ ਕਮਿੰਗ ਟੂ ਯੂਰ ਪੁਆਇੰਟ, ਹਾਂ ਬੋਲੋ, ਮੈਂ ਇਸ ਤੇ ਆ ਰਿਹਾ ਵਾਂ ਕਿ ਇਹ ਜਿਹੜਾ ਆਸਪੈਕਟ ਹੈਗਾ ਤੁਸੀਂ ਦੇਖੋ ਇੰਗਲੈਂਡ ਦੇ ਵਿੱਚ ਹੀ ਇੱਕਦਮ ਹੋ ਗਿਆ, ਕੈਨੇਡਾ ਜਿਹੜਾ ਹੈਗਾ ਵਾ ਉਸ ਤਰੀਕੇ ਨਾਲ ਕਰਿਆ। ਜਿਹੜੀ ਗੱਲ ਲੋਕੀ ਬਾਰ-ਬਾਰ ਕਹੀ ਜਾਂਦੇ ਆ 2.1% ਸਿੱਖ ਪਾਪੂਲੇਸ਼ਨ ਹੈਗੀ ਆ, ਉਹ 'ਚੋਂ ਕਿੰਨੇ ਵੋਟਰ ਹੈਗੇ ਆ, ਉੱਥੇ ਸਾਇਲੈਂਟ ਲੋਕ ਹੈਗੇ ਆ। ਜੇ ਇਸ ਗੱਲ ਕਹੀਏ ਵੀ ਟਰੂਡੋ ਦੇ ਸਾਰੇ ਸਪੋਰਟਰ ਹੈਗੇ ਆ, ਉੱਥੇ NDP ਦੇ ਸਪੋਰਟਰ ਵੀ ਹੈਗੇ ਆ, ਲਿਬਰਲ ਦੇ ਸਪੋਰਟਰ ਵੀ ਹੈਗੇ ਆ। ਤੁਸੀਂ ਵੋਟ ਪਰਸੈਂਟੇਜ ਕੱਢ ਕੇ ਵੇਖ ਲਓ। ਇਹ ਕਈ ਵਾਰੀ ਸਾਡੇ ਲਈ ਇਮੇਜ ਕ੍ਰੀਏਟ ਕੀਤਾ ਜਾਂਦਾ ਵੀ ਸ਼ਾਇਦ ਇਹ ਇਸ ਕਰਕੇ ਹੋ ਰਿਹਾ, ਇੱਦਾਂ ਨਹੀਂ ਹੈਗਾ। ਸਾਨੂੰ ਹੋਰ ਥੋੜਾ ਅੱਗੇ ਜਾਣ ਦੀ ਲੋੜ ਹੈ। ਔਰ ਜਿਹੜਾ ਅੱਗੇ ਜਾਣ ਵਾਲੀ ਲੋੜ ਵਾ ਉਹਦੇ 'ਚ ਬਹੁਤ ਸਾਰੀਆਂ ਸੱਚਾਈਆਂ ਵਾ
ਜਿਹੜੀਆਂ ਸੱਚਾਈਆਂ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਜਿਸ ਕਰਕੇ ਘਟਨਾ ਵਾਪਰਦੀ ਹੈ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਡਾਕਟਰ ਸੇਖੋਂ ਵਾਪਸ ਆ ਰਹੇ ਹਾਂ। ਡਾਕਟਰ ਖਾਲਿਦ ਤੁਹਾਡੇ ਕੋਲ ਵੀ ਆ ਰਿਹਾ। ਕੁੜੱਤਨ ਦੀ ਅਸਲ ਜੜ ਕੀ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਰਦੀਪ ਸਿੰਘ ਨਿੱਜਰ ਦਾ ਮਾਮਲਾ ਜਿਹੜਾ ਇੰਨਾ ਸੁਰਖੀਆਂ ਵਿੱਚ ਆ ਗਿਆ, ਉਹ ਸੁਰਖੀਆਂ ਦੇ ਪਿੱਛੇ ਛੁਪਿਆ ਹੋਇਆ ਸੱਚ ਹੈ ਜਿਹੜਾ ਅਸੀਂ ਉਸ ਦੀ ਚਿੰਤਾ ਜਾਂ ਉਸ 'ਤੇ ਮੰਥਨ ਕਿਉਂ ਨਹੀਂ ਕਰਦੇ। ਸਵਾਗਤ ਕਰਦੇ ਹਾਂ ਡਾਕਟਰ ਸੇਖੋਂ। ਜੋ ਤੁਸੀਂ ਕਹਿ ਰਹੇ ਸੀ ਸਰ, ਮੈਨੂੰ ਥੋੜ੍ਹਾ ਜਿਹਾ ਉਹ 'ਚੋਂ ਇਹ ਚੀਜ਼ ਸਮਝ ਆ ਰਹੀ ਹੈ। ਜੇ ਮੈਂ ਗਲਤ ਸਮਝ ਰਿਹਾ ਹੋਵਾਂ ਸਰ ਮੈਨੂੰ ਕਰੈਕਟ ਕਰ ਦਿਓ। ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਵਿੱਚ ਹੋ ਕਿ ਦੋਨਾਂ ਦੇਸ਼ਾਂ ਦੇ ਜਿਹੜੇ ਪੋਲੀਟੀਕਲ ਮਾਸਟਰ ਹੈ ਉਹ ਡੋਮੈਸਟਿਕ ਪੋਲਿਟਿਕਸ ਨੂੰ ਸੇਵ ਕਰਦੇ ਪਏ ਸੀਗੇ ਕਈ ਮਹੀਨਿਆਂ ਤੋਂ, ਕਈ ਸਾਲਾਂ ਤੋਂ, ਤੇ ਉਹ ਜਿਹੜੀ ਆਪਣੀ ਸੇਵਿੰਗ ਕਰਦਿਆਂ ਹਰਦੀਪ ਸਿੰਘ ਨਿੱਜਰ ਦਾ ਮੁੱਦਾ ਦੋਨਾਂ ਮੁਲਕਾਂ ਦੀ ਸਿਆਸਤ ਦੇ ਵਿਚਾਲੇ ਵੱਡਾ ਏਜੰਡਾ ਬਣ ਗਿਆ। ਮੈਂ ਠੀਕ ਸਮਝ ਰਿਹਾ ਮਿਸਟਰ ਸੇਖੋਂ ਜਾਂ ਨਹੀਂ? ਮੈਨੂੰ ਲੱਗਦਾ ਦੇਖੋ ਮਰਡਰ ਇਹ ਤੋਂ ਪਹਿਲਾਂ ਟਮਾਟਰ ਪਹਿਲਾਂ ਵੀ ਹੋਇਆ ਸੀ। ਲਾਸਟ ਈਅਰ ਵੀ ਇਸੇ ਤਰ੍ਹਾਂ ਇੱਕ ਮਲਕ ਸੀਗਾ, ਉਹਦਾ ਮਰਡਰ ਹੋਇਆ ਸੀ ਜਿਹਦਾ ਨਾਂ ਕਨਿਸ਼ਕਾ ਦੇ ਨਾਲ ਜੁੜਿਆ ਸੀਗਾ। ਇਹ ਠੀਕ ਹੈ ਕਿ ਹਰਦੀਪ ਸਿੰਘ ਨਿੱਜਰ ਜਿਹੜਾ ਸੀ ਉੱਥੇ ਜਿਹੜੀ ਸਿੱਖ ਫਾਰ ਜਸਟਿਸ ਹੈਗਾ ਵਾ ਉਹਦਾ ਕੈਨੇਡੀਅਨ ਨਾਂ ਜਿਹੜਾ ਹੈਗਾ ਸੀ ਉਹਦਾ ਹੈਡ ਸੀਗਾ, ਜਿੱਥੇ ਗੁਰਵੰਤ ਸਿੰਘ ਪੰਨੂ ਉਹਦੇ ਵਿੱਚੋਂ ਹੈਗਾ ਸੀਗਾ। ਮੈਂ ਨਹੀਂ ਕਹਿੰਦਾ, ਮੈਂ ਉਹ ਖਾਲਿਦ ਸਾਹਿਬ ਦੇ ਨਾਲ ਸਹਿਮਤ ਹਾਂ। ਮੈਂ ਕੱਲ ਵੀ ਸ਼ਾਇਦ ਗੱਲ ਕੀਤੀ ਸੀਗੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜੇ ਜਸਟਿਨ ਟਰੂਡੋ ਨੇ ਕੋਈ ਸਟੇਟਮੈਂਟ ਦਿੱਤੀ ਆ, ਐਟਲੀਸਟ ਮੈਂ ਉਹ ਘੱਟੋ ਘੱਟ ਜਿੰਨਾ ਜਾਣਦਾ ਕਿ ਉੱਥੋਂ ਦਾ ਜਿਹੜਾ ਪੋਲੀਟੀਕਲ ਸਿਸਟਮ ਆ, ਪੋਲੀਟੀਕਲ ਲੀਡਰ ਜਿਹੜੇ ਹੈਗੇ ਆ ਉਹਨਾਂ ਦੀ ਕ੍ਰੈਡੀਬਿਲਿਟੀ ਐ ਸਟੇਕ ਹੈਗੀ ਆ। ਔਰ ਉਹ ਇੱਕ ਇਹ ਵੀ ਹੈਗਾ ਕਿ ਜੇ ਬਾਈ ਚਾਂਸ ਉਹ ਕਿਤੇ ਉਹ ਠੀਕ ਆ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਏਡੀ ਵੱਡੀ ਸਟੇਟਮੈਂਟ ਇੱਕ ਰਿਸਪੌਂਸਿਬਲ ਸਪੇਸ ਤੇ ਦੇਣੀ ਉਹ ਕੋਈ ਇੰਨੀ ਇਹੋ ਜਿਹੀ ਗੱਲ ਨਹੀਂ ਹੈਗੀ। ਕਿਤੇ ਨਾ ਕਿਤੇ ਜਿਹੜਾ ਹੈਗਾ ਵਾ ਉਹਨਾਂ ਕੋਲ ਕਿਉਂਕਿ ਉਹਨਾਂ ਦੇ ਆਪੋਜੀਸ਼ਨ ਲੀਡਰ ਨੇ ਵੀ ਕੁਐਸਚਨ ਕੱਢੇ ਆ। ਜੇ ਉਹ ਸਵਾਲ ਬਾਹਰ ਆਉਂਦਾ ਜੇ ਉਹ ਐਵੀਡੈਂਸ ਬਾਹਰ ਲੈ ਕੇ ਆਉਂਦੇ, ਕਿਉਂਕਿ ਅਮਰੀਕਾ ਨੇ ਸਪੋਰਟ ਕਰ ਦਿੱਤਾ, ਆਸਟ੍ਰੇਲੀਆ ਨੇ ਸਪੋਰਟ ਕਰ ਦਿੱਤਾ, G27 ਦੇ ਦੇਸ਼ ਥੋੜਾ ਜਿਹਾ ਪਿੱਛੇ ਦੇ ਖੜੇ ਹੈਗੇ ਆ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਹੜੇ ਜਿਸ ਕਿਸਮ ਦੇ ਉੱਥੋਂ ਦੇ ਪੋਲੀਟੀਸ਼ੀਅਨਸ ਹੈਗੇ ਆ ਜਾਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਪੋਜੀਸ਼ਨ ਹੈਗੀ ਆ, ਜੇ ਉਹ ਗੱਲ ਗਲਤ ਹੋਵੇ ਕਿ ਟਰੂਡੋ ਸਾਹਿਬ ਦਾ ਕਿ ਟਰੂਡੋ ਸਾਹਿਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਹੀ ਪੋਲੀਟੀਕਲ ਕੈਰੀਅਰ ਜਿਹੜਾ ਹੈਗਾ ਵਾ ਉਹ ਐਟ ਸਟੇਕ ਹੋ ਸਕਦਾ। ਡਾਕਟਰ ਸੇਖੋਂ ਜਿਹੜਾ ਮਿਸਟਰ ਟਰੂਡੋ ਨੇ ਉੱਥੇ ਬਿਆਨ ਦਿੱਤਾ ਉਹਦੇ 'ਚ ਸ਼ਬਦ ਵਰਤਿਆ ਗਿਆ ਕ੍ਰੈਡੀਬਲ ਐਲੀਗੇਸ਼ਨਸ, ਤੇ ਇੱਥੇ ਚਰਚਾ ਇਹ ਉੱਠਦੀ ਪਈ ਹੈ ਜੇ ਕ੍ਰੈਡੀਬਲ ਐਲੀਗੇਸ਼ਨਸ ਹੀ ਕਹਿਣਾ ਸੀਗਾ ਫਿਰ ਚੁੱਪ ਰਹਿੰਦੇ, ਤੁਸੀਂ ਕ੍ਰੈਡੀਬਲ ਐਵੀਡੈਂਸ ਕਿਉਂ ਨਹੀਂ ਕਿਹਾ? ਆਪਣੇ KP ਸਿੰਘ ਜਿਹੜੀ ਇਹ ਵਰਡਿੰਗ ਹੈ ਨਾ ਇਹ ਸਾਡੇ ਵਾਸਤੇ ਹੈਗਾ ਕਿ ਅਸੀਂ ਕ੍ਰੈਡੀਬਲ ਐਵੀਡੈਂਸ ਹੋਣ ਦੇ ਬਾਵਜੂਦ ਹੀ ਅਸੀਂ ਕਿੰਤੂ ਪਰੰਤੂ ਕਰਦੇ ਆ। ਜਿਹੜੀ ਉੱਥੇ ਸਟੇਟਮੈਂਟ ਹੀ ਹੁੰਦੀ ਆ ਕ੍ਰੈਡੀਬਲ ਵਰਡ ਜਿਹੜਾ ਹੈਗਾ ਬਹੁਤ ਵੱਡਾ ਮੀਨਿੰਗ ਵਾ ਉਹਨਾਂ ਦੀ ਰਾਜਨੀਤੀ ਦੇ ਵਿੱਚ। ਤੋ ਇਸ ਕਰਕੇ ਜੇ ਤੁਸੀਂ ਕੈਨੇਡੀਅਨ ਪਰਸਪੈਕਟਿਵ ਤੋਂ ਸਮਝਦੇ ਹੋ ਉਹਦਾ ਮੀਨਿੰਗ ਹੋਰ ਹੋਊਗਾ। ਅਨਫੋਰਚੂਨੇਟਲੀ ਜੇ ਇਹ ਕ੍ਰੈਡੀਬਲ ਐਵੀਡੈਂਸ ਤੁਸੀਂ ਇੰਡੀਅਨ ਪਰਸਪੈਕਟਿਵ ਤੋਂ ਸਮਝੋਗੇ ਤੇ ਉਹਦੇ ਵਿੱਚ ਕੁਐਸਚਨ ਮਾਰਕ ਲੱਗਦੇ ਆ। ਚਲੋ ਫਿਰ ਇੱਕ ਹੋਰ ਸਵਾਲ ਦਾ ਜਵਾਬ ਦੇ ਦਿਓ ਡਾਕਟਰ ਸੇਖੋਂ, ਫਿਰ ਮੈਂ ਡਾਕਟਰ ਖਾਲਿਦ ਕੋਲ ਜਾਊਂਗਾ। ਕੀ ਚੱਲਦੀ ਜਾਂਚ ਦੌਰਾਨ ਪ੍ਰਧਾਨ ਮੰਤਰੀ ਨੂੰ ਅਧਿਕਾਰ ਹੁੰਦਾ ਕਿ ਉਹ ਬਿਆਨ ਦੇ ਦੇਵੇ ਪਾਰਲੀਮੈਂਟ ਵਿੱਚ ਖੜਾ ਹੋ ਕੇ? ਜੇ ਉਹਨਾਂ ਕੋਲ ਕ੍ਰੈਡੀਬਲ ਐਵੀਡੈਂਸਸ ਹੈਗੇ ਆ ਤੇ ਮੇਰਾ ਖਿਆਲ ਹੈ ਕਿ ਕਿਉਂਕਿ ਉਹਨਾਂ ਦਾ ਪਾਰਲੀਮੈਂਟ 'ਚ ਕਹਿਣਾ ਕਿਸੇ ਪਬਲਿਕ ਪਲੇਟਫਾਰਮ ਤੇ ਕਹਿੰਦੀ ਉਹ ਗੱਲ ਹੋਰ ਸੀਗੇ, ਇਹਦਾ ਮਤਲਬ ਹੈਗਾ ਕਿ ਉਹ ਕਟਹਿਰੇ ਦੇ ਵਿੱਚ ਹੈਗੇ ਆ ਤੇ ਕਟਹਿਰੇ ਦੇ ਵਿੱਚ ਹੈਗੇ ਦਾ ਮਤਲਬ ਹੈ ਬਹੁਤ ਕਲੀਅਰ ਕੱਟ ਉਹਨਾਂ ਦੇ ਹਿਸਾਬ ਦੇ ਨਾਲ ਐਵੀਡੈਂਸਸ ਹੋਣਗੇ। ਜਦੋਂ ਵਰਡ ਕ੍ਰੈਡੀਬਲ ਯੂਜ਼ ਕਰਦੇ ਆ ਉਹਨਾਂ ਦਾ ਮੀਨਿੰਗ ਕ੍ਰੈਡੀਬਿਲਿਟੀ ਦਾ ਜਾਂ ਕ੍ਰੈਡੀਬਲ ਦਾ ਸਾਡੇ ਮੀਨਿੰਗ ਜਿਹੜੇ ਇੱਥੋਂ ਦੇ ਸਾਡੇ ਵਰਗੇ ਲੋਕਾਂ ਲਈ ਹੈਗੇ ਆ ਜਾਂ ਇੰਡੀਅਨ ਸਿਸਟਮ ਲਈ ਹੈਗੇ ਉਹਨਾਂ ਨਾਲੋਂ ਡਿਫਰੈਂਟ ਹੈਗੇ ਆ, ਮੇਰਾ ਇਹ ਕਹਿਣਾ। ਚਲੋ ਡਾਕਟਰ ਖਾਲਿਦ ਜਦੋਂ ਜਸਟਿਨ ਟਰੂਡੋ ਇੰਡੀਆ ਆਉਂਦੇ ਆ ਤੇ ਜਿਹੜਾ ਟਾਈਮਿੰਗ ਵਾਲਾ ਸਵਾਲ ਤੁਸੀਂ ਖਾਰਿਜ ਕਰਦੇ ਪਿਓ, ਸਾਡਾ ਸਾਰੀ ਜਿਹੜੀ ਚਰਚਾ ਦਾ ਵਿਸ਼ਾ ਉਹ ਟਾਈਮਿੰਗ ਤੇ ਖੜਾ ਹੋਇਆ ਪਿਆ ਕਿ G20 ਦੇ ਵਿੱਚ ਜੋ ਕੁਛ ਉਹਨਾਂ ਨਾਲ ਹੋਇਆ ਉਸ ਕਰਕੇ ਉਹ ਪ੍ਰੈਸ਼ਰ 'ਚ ਆ ਕੇ ਉੱਥੋਂ ਦੇ ਮੀਡੀਆ ਦੇ ਪ੍ਰੈਸ਼ਰ 'ਚ ਵੀ ਆ ਗਏ, ਆਪੋਜੀਸ਼ਨ ਦੇ ਪ੍ਰੈਸ਼ਰ 'ਚ ਵੀ ਆ ਗਏ, ਉਹਨੇ ਇੱਕ ਸਟ੍ਰੋਕ ਮਾਰਿਆ ਸਾਰੇ ਇੱਕ ਪੇਜ ਤੇ ਆ ਗਏ। ਡਾਕਟਰ ਖਾਲਿਦ ਦੇਖੋ ਇਹਦਾ KP ਜੀ ਜਸਟਿਨ ਟਰੂਡੋ ਦੇ ਨਾਲ ਜਿਵੇਂ ਪ੍ਰੋਫੈਸਰ ਸੇਖੋਂ ਨੇ ਕਿਹਾ ਕਿ ਪਹਿਲੀ ਵਾਰ ਨਹੀਂ ਹੋਇਆ। ਤੁਹਾਨੂੰ ਯਾਦ ਹੋਊਗਾ 2017 ਜਾਂ 18 ਦੇ ਵਿੱਚ ਜਿਸ ਵੇਲੇ ਆਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਦੇ ਨਾਲ ਬਿਹੇਵ ਕੀਤਾ, ਓਪਨਲੀ ਕਿਹਾ ਕਿ ਮਤਲਬ ਹੈ ਤੁਸੀਂ ਟੈਰਰਿਜ਼ਮ ਨੂੰ ਸਪੋਰਟ ਕਰਦੇ ਹੋ, ਉੱਥੇ ਦਾ ਡਿਫੈਂਸ ਮਿਨਿਸਟਰ ਨੂੰ ਹੋਰ ਸਾਰਾ ਕੁਝ ਹੋਇਆ। ਉਹ ਪਹਿਲੀ ਵਾਰ ਸੀਗਾ। ਦੂਜੀ ਵਾਰ ਹੁਣ ਜਿਹੜਾ ਹੋਇਆ ਇਹ ਵੀ ਆਪਾਂ ਸਾਰੇ ਜਾਣਦੇ ਹਾਂ G20 ਦੇ ਵਿੱਚ ਜੋ ਕੁਝ ਹੋਇਆ। ਮੈਂ ਇਹਦੇ ਵਿੱਚ ਦੋ ਚੀਜ਼ਾਂ ਐਡ ਕਰਨਾ ਚਾਹੁੰਦਾ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਬਿਆਨ ਦੇਣਾ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਉਹਨਾਂ ਦਾ ਇਹ ਕਹਿਣਾ ਕਿ ਅਮਰੀਕਾ ਦੇ ਨਾਲ ਅਸੀਂ ਕਲੋਜ਼ਲੀ ਲਿੰਕ ਹੋ ਕੇ ਇਸ ਇਸ਼ੂ ਦੇ ਉੱਪਰ ਚੱਲ ਰਹੇ ਹਾਂ
तीसरी चीज उन्होंने एक गल करनी आफ्टर ये बयान देने के बाद ऋषि सुनक नाल गल करनी, आस्ट्रेलिया च गल करनी, अमेरिका दे विच गल करनी और उन्हां दा कंसर्न शो करना। चौथी चीज जिहड़ी हैगी है, जस्टिन ट्रूडो ने एक और गल कही है कि इट हैज फार रीचिंग कॉन्सिक्वेंसेस इन इंटरनेशनल लॉ, यानी तुसी उन्हें क्लीयरली गल कहती है कि तुसी दूसरे देश दे विच जाके ओदे सिटीजन नूं मरवा रहे हो ਤਾਂ ਇਹਦਾ ਫਾਰ ਰੀਚਿੰਗ ਕਨਸੀਕੁਐਂਸਸ ਹੈ ਇੰਟਰਨੈਸ਼ਨਲ ਲਾਅ ਦੇ ਵਿੱਚ, ਜਿਹੜਾ ਮਤਲਬ ਡਾਕਟਰ ਖਾਲਿਦ ਜੀ ਇੱਕ ਇਜਾਜ਼ਤ ਦਿਓ ਤਾਂ ਮੈਂ ਇੱਕ ਸਵਾਲ ਕਰ ਲਾਂ, ਜੇ ਤੁਸੀਂ ਇਜਾਜ਼ਤ ਦਿਓ ਤਾਂ। ਤੁਸੀਂ ਇੱਕ ਕੰਸਰਨ ਸ਼ਬਦ ਵਰਤਿਆ ਸਰ, ਜਿਹੜੇ ਆਸਟ੍ਰੇਲੀਆ ਯੂਕੇ ਦਾ ਤੁਸੀਂ ਜ਼ਿਕਰ ਕਰਦੇ ਹੋ। ਯੈਸ ਯੈਸ ਡਾਕਟਰ ਖਾਲਿਦ, ਅਸੀਂ ਉਹਨੂੰ ਵੀ ਆਪਦੇ ਤਰੀਕੇ ਨਾਲ ਪ੍ਰਭਾਸ਼ਿਤ ਕਰਦੇ ਪਏ ਹਾਂ। ਸਾਡਾ ਮੀਡੀਆ ਉਸ ਕੰਸਰਨ ਨੂੰ ਭਾਰਤ ਦੇ ਹੱਕ ਵਿੱਚ ਖੜਾ ਦਿਖਾਈ ਦਿੰਦਾ, ਜਿਹੜਾ ਉਧਰਲਾ ਮੀਡੀਆ ਉਸ ਕੰਸਰਨ ਨੂੰ ਕੈਨੇਡਾ ਦੇ ਹੱਕ ਵਿੱਚ ਖੜਾ ਦਿਖਾਈ ਦਿੰਦਾ। ਸਰ ਇਸ ਕੰਸਰਨ ਨੂੰ ਸਮਝੀਏ ਕਿਵੇਂ ਸਰ? ਜਿਵੇਂ ਪਹਿਲਾਂ ਜਿਹੜਾ ਪਹਿਲਾਂ ਕ੍ਰੈਡੀਬਲ ਸ਼ਬਦ ਆਇਆ ਨਾ ਸਰ, ਹੁਣ ਕੰਸਰਨ ਸ਼ਬਦ ਜਿਹੜਾ ਬੜਾ ਇੰਪੋਰਟੈਂਟ ਹੈ। ਦੇਖੋ ਮੈਂ ਦੱਸਦਾ ਕਿ ਸਾਡਾ ਮੀਡੀਆ ਜਾਂ ਸਾਡੇ ਜਿਹੜੇ ਲੋਕ ਹੈ ਇਸ ਕਰਕੇ ਖੁਸ਼ ਹੈ ਜ਼ਿਆਦਾ ਕਿ ਉਹਨਾਂ ਕੰਟਰੀਜ਼ ਨੇ ਕੰਡੈਮ ਨਹੀਂ ਕੀਤਾ ਬਲਕਿ ਇੱਕ ਕੰਸਰਨ ਸ਼ੋ ਕੀਤਾ। ਲੇਕਿਨ ਵੈਸਟਰਨ ਪ੍ਰੈਸ ਦੇ ਵਿੱਚ ਜਾਂ ਵੈਸਟਰਨ ਡਿਪਲੋਮੇਸੀ ਦੇ ਵਿੱਚ ਜਿਸ ਵੇਲੇ ਤੁਸੀਂ ਕੰਸਰਨ ਦਾ ਸ਼ਬਦ ਇਸਤੇਮਾਲ ਕਰਨਾ ਤਾਂ ਬਹੁਤ ਸੀਰੀਅਸ ਚੀਜ਼ ਹੈ। ਇਟ ਮੀਨਸ ਕਿ ਉਹ ਕਿਤੇ ਨਾ ਕਿਤੇ ਉਹ ਜੋ ਕੁਝ ਇਨਫੋਰਮੇਸ਼ਨ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੈ ਜਸਟਿਨ ਟਰੂਡੋ ਨੇ ਜਾਂ ਕੈਨੇਡੀਅਨ ਗਵਰਨਮੈਂਟ ਨੇ, ਉਹਨਾਂ ਨੂੰ ਇਦਾਂ ਲੱਗਿਆ ਕਿ ਬਾਕੀ ਇਹ ਚੀਜ਼ ਜਿਹੜੀ ਹੈਗੀ ਹੈ ਇਹ ਖਤਰਨਾਕ ਹੈ। ਤੀਸਰੀ ਚੀਜ਼ ਇਹ ਹੈਗੀ ਹੈ ਕਿ ਅਗਰ ਇਹ ਸਾਰੀਆਂ ਚੀਜ਼ਾਂ ਥੋੜੀਆਂ ਬਹੁਤੀਆਂ ਵੀ ਐਵੀਡੈਂਸ ਸਾਹਮਣੇ ਆਉਂਦੀ ਹੈ ਤਾਂ ਇਹ ਇੰਡੀਆ ਦੀ ਇੰਟਰਨੈਸ਼ਨਲ ਇਮੇਜ ਜਿਹੜੀ ਹੈਗੀ ਹੈ ਉਹਦੇ ਉੱਪਰ ਬਹੁਤ ਵੱਡਾ ਧੱਬਾ ਹੋਏਗਾ। ਉਹ ਇੰਡੀਆ ਨੂੰ ਉਹਦਾ ਇੰਟਰਨੈਸ਼ਨਲ ਲੈਵਲ ਤੇ ਕਾਫੀ ਨੁਕਸਾਨ ਹੋ ਸਕਦਾ ਹੈ, ਕਿਉਂਕਿ G7 ਜਿਹੜਾ ਹੈਗਾ ਉਹ ਕੋਰ ਹੈ G20 ਦਾ, ਔਰ ਇਸ ਤੋਂ ਬਾਅਦ ਜਿਹੜਾ ਪੈਸੀਫਿਕ ਕੋਰੀਡੋਰ ਬਣ ਰਿਹਾ ਉਹਦੇ ਵਿੱਚ ਜਿਹੜਾ ਕੈਨੇਡਾ ਦਾ ਰੋਲ ਹੈ ਅਮਰੀਕਾ ਦੇ ਨਾਲ ਰਲ ਕੇ ਬੜਾ ਇੰਪੋਰਟੈਂਟ ਹੈ। ਔਰ ਨਾਲ ਹੀ ਮੈਂ ਵੀ ਕਹਾਂਗੇ ਕਿ ਕੈਨੇਡਾ ਨੂੰ ਇਗਨੋਰ ਕਰਕੇ ਵੈਸਟਰਨ ਡੈਮੋਕ੍ਰੇਸੀਜ਼ ਨਹੀਂ ਚੱਲ ਸਕਦੀ। ਇਸ ਕਰਕੇ ਕੈਨੇਡਾ ਨੇ ਜੋ ਇਨਫੋਰਮੇਸ਼ਨ ਸਪਲਾਈ ਕੀਤੀ ਹੈ ਉਹਦੇ ਪਰ ਕੰਸਰਨ ਸ਼ੋ ਕਰਨਾ ਇੱਕ ਆਪਣੇ ਆਪ ਦੇ ਵਿੱਚ ਕਾਫੀ ਸੀਰੀਅਸ ਗੱਲ ਹੈ। ਡਾਕਟਰ ਖਾਲਿਦ, ਜਿਹੜਾ ਸਵਾਲ ਤੁਹਾਨੂੰ ਮੈਂ ਹੁਣ ਕਰਨ ਜਾ ਰਿਹਾ ਸਰ, ਬਹੁਤੇ ਦਰਸ਼ਕਾਂ ਨੂੰ ਸ਼ਾਇਦ ਪਸੰਦ ਵੀ ਨਾ ਆਵੇ। ਜੋ ਸਾਡੀਆਂ ਏਜੰਸੀਆਂ ਇੱਥੋਂ ਦੀਆਂ ਹਰਦੀਪ ਸਿੰਘ ਨਿੱਜਰ ਨੂੰ ਟੈਰਰਿਸਟ ਤੱਕ ਮੰਨਦੀਆਂ ਪਈਆਂ, ਉਦੋਂ ਤੁਸੀਂ ਕਹਿ ਰਹੇ ਹੋ ਕੌਮਾਂਤਰੀ ਪੱਧਰ ਤੇ ਭਾਰਤ ਨੂੰ ਨੁਕਸਾਨ ਹੋ ਸਕਦਾ ਹੈ, ਪਰ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਭਾਰਤ ਨੂੰ ਨੁਕਸਾਨ ਹੋਊਗਾ ਜਾਂ ਨਹੀਂ ਸਰ? ਜਾਂ ਭਾਰਤ ਦੀ ਸੱਤਾ ਤੇ ਸਿਆਸਤ ਨੂੰ ਸਰ, ਮੈਂ ਇਹ ਸਵਾਲ ਕਰਨਾ ਚਾਹ ਰਿਹਾ ਤੁਹਾਨੂੰ। ਦੇਖੋ ਅਗਰ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਇਸ ਚੀਜ਼ ਦੇ ਵਿੱਚ ਇਨਵੋਲਵ ਪਾਈ ਜਾਂਦੀ ਹੈ, ਅਗਰ ਕੋਈ ਇਸ ਤਰ੍ਹਾਂ ਦਾ ਐਵੀਡੈਂਸ ਸਾਹਮਣੇ ਆਉਂਦਾ ਹੈ ਤਾਂ ਉਹਦੇ ਵਿੱਚ ਅਗਰ ਇੰਡੀਅਨ ਜਿਹੜੇ ਹੈਗੇ ਆ ਉਹ ਕਹਿਣਗੇ ਵੀ ਤਾਂ ਬਹੁਤ ਵਧੀਆ ਕਰ ਰਹੇ ਹੋ ਤੁਸੀਂ, ਜਿਹੜੇ ਸਾਡੇ ਐਂਟੀ ਇੰਡੀਆ ਐਲੀਮੈਂਟਸ ਹੈ ਅਗਰ ਉਹ ਐਲੀਮੀਨੇਟ ਹੋ ਰਹੇ ਆ ਕਿਸੇ ਵੀ ਵਜ੍ਹਾ ਕਰਕੇ। ਲੇਕਿਨ ਇੰਟਰਨੈਸ਼ਨਲ ਲੈਵਲ ਤੇ ਇਹ ਇੱਕ ਬਹੁਤ ਹੀ ਇੰਡੀਆ ਦੀ ਇਮੇਜ ਵਾਸਤੇ ਖਤਰਨਾਕ, ਕਿਸੇ ਵੀ ਕੰਟਰੀ ਦੀ ਇਮੇਜ ਵਾਸਤੇ ਕਾਫੀ ਖਤਰਨਾਕ ਹੈ, ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਤੁਸੀਂ ਦੂਸਰੇ ਦੇਸ਼ ਦੀ ਸੋਵਰੇਨਟੀ ਨੂੰ ਚੈਲੰਜ ਕਰ ਰਹੇ ਹੋ। ਮੈਂ ਤੁਹਾਨੂੰ ਇੱਕੋ ਐਗਜ਼ਾਮਪਲ ਦਿਆਂਗਾ, ਉਹ ਹੈਗੀ ਸਲਮਾਨ ਰਸ਼ਦੀ ਦੀ। ਸਲਮਾਨ ਰਸ਼ਦੀ ਨੂੰ ਜਿਸ ਵੇਲੇ ਈਰਾਨੀਅਨ ਗਵਰਨਮੈਂਟ ਨੇ ਕਿਹਾ ਅਯਾਤੁੱਲਾ ਖੁਮੈਨੀ ਨੇ ਕਿ ਇਹਨੂੰ ਮਾਰਨ ਤੇ ਇੰਨਾ ਅਸੀਂ ਇਨਾਮ ਦੇਾਂਗੇ, ਤਾਂ ਤੁਸੀਂ ਇੰਗਲੈਂਡ ਦੀ ਜਾਂ ਯੂਕੇ ਦੀ ਸੋਵਰੇਨਟੀ ਨੂੰ ਚੈਲੰਜ ਕਰ ਰਹੇ ਹੋ। ਇਸ ਕਰਕੇ ਕਿਸੇ ਵੀ ਕੰਟਰੀ ਦੇ ਨਾਗਰਿਕ ਨੂੰ ਓਪਨਲੀ ਥ੍ਰੈਟ ਕਰਨਾ ਜਾਂ ਉਹਨੂੰ ਮਰਵਾਉਣਾ ਜਿਹੜਾ ਹੈਗਾ ਕੋਈ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਕੋਈ ਬਹੁਤ ਵਧੀਆ ਗੱਲ ਨਹੀਂ ਮੰਨੀ ਜਾਂਦੀ, ਉਹਦੇ ਕਨਸੀਕੁਐਂਸਸ ਹੁੰਦੇ ਆ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਫੇਸ ਪਾਸੇ ਰੱਖ ਦਈਏ, ਮੁਲਕ ਅੱਗੇ ਕਰ ਦਈਏ, ਟਰੂਡੋ ਮੋਦੀ ਦੀ ਗੱਲ ਨਾ ਹੋਵੇ, ਭਾਰਤ ਕੈਨੇਡਾ ਦੀ ਗੱਲ ਹੋਵੇ। ਦੇਖੋ ਜਿੰਨੇ ਵੀ ਕੰਟਰੀਜ਼ ਹੈ ਜਾਂ ਜਿੰਨੀਆਂ ਵੀ ਸਰਕਾਰਾਂ ਹੈਗੀਆਂ ਉਹ ਬੇਸਿਕਲੀ ਤਾਂ ਆਪਣੇ ਨੈਸ਼ਨਲ ਇੰਟਰਸਟ ਰਾਸ਼ਟਰੀ ਹਿੱਤ ਵਾਸਤੇ ਚੱਲ ਰਹੀਆਂ। ਉਹ ਰਾਸ਼ਟਰੀ ਹਿੱਤ ਨੂੰ ਡਿਫਾਈਨ ਕਿਸੇ ਵੀ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ। ਇਸ ਉਹਦੇ ਵਿੱਚ ਵੀ ਅਗਰ ਕਿਸੇ ਹੋਰ ਜਗ੍ਹਾ ਤੇ ਤੁਹਾਡੇ ਅਗੇਂਸਟ ਕੁਝ ਆਨਸਰ ਪਨਪ ਰਿਹਾ ਹੈ, ਉਹਨੂੰ ਕਿਵੇਂ ਡੀਲ ਕਰਨਾ ਹੈ ਉਹ ਵੀ ਰਾਸ਼ਟਰੀ ਹਿੱਤ ਦੇ ਵਿੱਚ ਹੈ। ਲੇਕਿਨ ਕਿਆ ਉਹਦੇ ਵਿੱਚ ਇਹ ਵੀ ਸ਼ਾਮਿਲ ਹੈ ਕਿ ਤੁਸੀਂ ਉਹਨੂੰ ਐਲੀਮੀਨੇਟ ਕਰਵਾ ਦਿਓ ਆਪਣੀਆਂ ਏਜੰਸੀਜ਼ ਦੇ ਥਰੂ? ਇਹ ਜਿਹੜਾ ਹੈਗਾ ਇੱਕ ਕੁਐਸਚਨੇਬਲ ਗੱਲ ਹੈ ਬਹੁਤ ਵੱਡੀ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ। ਡਾਕਟਰ ਸੇਖੋ ਤੋਂ ਮੈਂ ਵਾਪਸ ਆ ਕੇ ਇੱਕ ਬੜਾ ਇੰਪੋਰਟੈਂਟ ਸਵਾਲ ਲੈਣਾ, ਤੇ ਉਸ ਸਵਾਲ ਦੇ ਜਵਾਬ ਦੇ ਵਿਚਾਲੇ ਜਿਹੜੀ ਪੰਜਾਬ ਦੀ ਪੰਜਾਬੀਆਂ ਦੀ ਜਾਂ ਕਮਿਊਨਿਟੀ ਦੀ ਚਿੰਤਾ ਹੈਗੀ ਆ ਉਹਦਾ ਜਵਾਬ ਵੀ ਮੈਨੂੰ ਲੱਗਦਾ ਮਿਲ ਸਕਦੇ ਆ। ਡਾਕਟਰ ਸੇਖੋ, ਤੁਸੀਂ ਲੰਮਾ ਸਮਾਂ ਕੈਨੇਡਾ ਵੀ ਰਹਿ ਕੇ ਆਏ ਹੋ, ਤੁਸੀਂ ਉਸ ਥਾਂ ਨੂੰ ਵੀ ਚੰਗੀ ਤਰ੍ਹਾਂ ਦੇਖਿਆ ਜਿੱਥੇ ਸਭ ਕੁਝ ਹੋਇਆ, ਜਿੱਥੇ ਤੱਕ ਮੇਰੇ ਕੋਲ ਜਾਣਕਾਰੀ ਹੈ। ਡਾਕਟਰ ਸੇਖੋ, ਜਦੋਂ ਵੀ ਕਿਸੇ ਇਹੋ ਜਿਹਾ ਕੋਈ ਮਰਡਰ ਦੀ ਸਿਚੁਏਸ਼ਨ ਸਾਡੇ ਸਾਹਮਣੇ ਆਉਂਦੀ ਹੈ,
ਉਦੋਂ ਇੱਕ ਹਿੱਸਾ ਜਿਹੜਾ ਉਹ ਆਪਣੇ ਤਰੀਕੇ ਨਾਲ ਕੌਮ ਦੇ ਹੀਰੋ ਵਜੋਂ ਜਾਂ ਹੀਰੇ ਵਜੋਂ ਪੇਸ਼ ਕਰਦਾ ਹੈ, ਤੇ ਇੱਕ ਜਿਹੜਾ ਏਜੰਸੀਆਂ ਜਿਹੜਾ ਤਰੀਕਾ ਹੁੰਦਾ ਉਹਦੇ ਵਿੱਚ ਉਸ ਨੂੰ ਦਹਿਸ਼ਤਗਰਦ ਟੈਰਰਿਸਟ ਐਲਾਨਿਆ ਜਾਂਦਾ। ਸੇਖੋ ਸਾਹਿਬ, ਜਦੋਂ ਅਸੀਂ ਇਹ ਸਵਾਲ ਕਰਦੇ ਹਾਂ ਉਦੋਂ ਸਾਡੀ ਡਿਬੇਟ ਦਾ ਸਵਰੂਪ ਵੀ ਬਦਲ ਜਾਂਦਾ ਹੈ। ਪੰਜਾਬ ਜਾਂ ਪੰਜਾਬੀ ਇਸ ਨੂੰ ਹੋਰ ਨਜ਼ਰੀਏ ਨਾਲ ਪੜ੍ਹ ਰਹੇ ਹੈ ਤੇ ਬਾਕੀ ਜਿਹੜਾ ਸਾਡਾ ਡਾਇਸਪੋਰਾ ਹੈ ਉਹ ਹੋਰ ਨਜ਼ਰੀਏ ਨਾਲ ਪੜ੍ਹਦਾ ਪਿਆ। ਡਾਕਟਰ ਸੇਖੋ, ਜੇ ਮੇਰਾ ਸਵਾਲ ਗਲਤ ਹੈ ਸਰ ਮੈਨੂੰ ਠੀਕ ਕਰ ਦਿਓ, ਮੈਂ ਵਾਰ-ਵਾਰ ਇਹ ਕਹਿ ਰਿਹਾ। ਡਾਕਟਰ ਸੇਖੋ, ਇਹ ਗੱਲ ਬੜੀ ਸਿੱਧੀ ਹੈ ਕਿ ਸਿੰਪਲ ਡੈਫੀਨੇਸ਼ਨ ਹੈਗੀ ਆ ਕਿ ਇੱਕ ਲਈ ਹੂ ਇਜ਼ ਟੈਰਰਿਸਟ, for someone he is a freedom fighter, someone is a loved one, for other is the ਜੋ ਹੋ ਮੌਂਗਰ ਕਹਿ ਲਓ ਉਹਨੂੰ ਤੁਸੀਂ, ਜਾਂ he is a terrorist। ਤੁਸੀਂ ਕਿੱਦਾਂ ਦੇਖਦੇ ਹੋ? ਅੱਧਾ ਗਲਾਸ ਭਰਿਆ ਹੈ, ਅੱਧਾ ਗਲਾਸ ਖਾਲੀ ਹੈ, ਤੁਹਾਡਾ ਆਪਣਾ ਆਪਣਾ ਨਜ਼ਰੀਆ ਹੈ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਕਿਸੇ ਵੀ ਲੈਵਲ ਦੇ ਉੱਤੇ ਪੰਜਾਬ ਨੇ ਬਹੁਤ ਸਫ਼ਰ ਕੀਤਾ। ਪੰਜਾਬ ਦੇ ਵਿੱਚ ਜਿਹੜੀ ਤੁਸੀਂ ਦੇਖੋ, ਮੈਂ ਬਾਰ-ਬਾਰ ਕਹੀ ਜਾਂਦਾ, ਮੈਂ ਇਹ ਸਵਾਲ ਰੇਜ਼ ਕਰਦਾ ਤੁਹਾਡੇ ਸਾਹਮਣੇ, ਮੈਨੂੰ ਕੋਈ ਵੀ ਬੰਦਾ ਮੈਂ ਇਸ ਮਾਮਲੇ ਤੇ ਡਿਸਕਸ਼ਨ ਨਿਮਰਤਾ ਨਾਲ ਕਰਨ ਨੂੰ ਲੋੜ ਆ। ਸਾਡੇ ਕੋਲ ਬਹੁਤ ਸਾਰੀਆਂ ਐਕਸਪਲੇਨੇਸ਼ਨ ਹੈਗੀਆਂ, ਰਾਈਜ਼ ਆਫ ਟੈਰਰਿਜ਼ਮ, ਅੱਤਵਾਦ ਆਇਆ, ਇੱਦਾਂ ਆਇਆ, ਫਲਾਣਾ ਆਇਆ, ਢੀਂਗੜਾ ਆ ਗਿਆ, ਪੋਲੀਟੀਕਲ ਇਕਨੋਮੀ ਹੈਗੀ ਆ, ਰਿਲੀਜੀਅਸ ਫੰਡਾਮੈਂਟਲਿਜ਼ਮ ਆ, ਇਹ ਆ, BSc ਆ। ਕੈਨ ਐਨੀਬੋਡੀ ਟੈਲ ਮੀ ਕਿ ਅੱਤਵਾਦ ਗਿਆ ਕਿੱਥੇ? ਹਾਊ ਇਟ ਡਿਸਪੀਅਰਡ ਵਿਦਨ ਨੋ ਟਾਈਮ। ਸਪੋਰਟ ਨਹੀਂ ਸੀਗੀ ਉੱਥੇ ਵੀ। ਮੋਟੇ ਤੌਰ ਤੇ ਵੇਖਿਆ ਜਾਵੇ ਕਿੰਨੇ ਲੋਕ ਇਹਦੇ ਹੱਕ ਦੇ ਵਿੱਚ, ਬਹੁਤੇ ਲੋਕ ਤਾਂ ਆਪਣੇ ਰੋਟੀ ਰੋਜੀ ਦੇ ਚੱਕਰ 'ਚ ਲੱਗੇ ਆ। ਮੈਂ ਬਾਰ-ਬਾਰ ਕਹਿੰਦਾ ਕਿ ਨਿੱਜਰ ਬਾਰੇ ਨਵਾਂ ਡਾਟਾ ਆਇਆ ਵੀ ਬਹੁਤ ਸਾਰੇ ਇਲੀਗਲ ਇਮੀਗ੍ਰੈਂਟਸ ਗਏ ਉੱਥੇ, ਔਰ ਇਹ ਇੱਕ ਧੰਦਾ ਹੈ। ਤੁਹਾਡੀ ਇੱਥੋਂ ਦੀ ਇੱਕ ਪਾਰਟੀ ਦਾ ਲੀਡਰ ਦਾ ਇੱਕ ਬਹੁਤ ਵੱਡਾ ਪੈਸੇ ਕਮਾਉਣ ਦਾ ਧੰਦਾ ਹੈ, ਜਿਹੜਾ ਸ਼ਾਇਦ ਅਖਬਾਰ ਨੇ ਵੀ ਅੱਜ ਦਿੱਤਾ ਹੈਗਾ, ਇਹ ਉੱਥੇ ਚੱਲ ਰਿਹਾ ਹੈ। ਮੈਂ ਥੋੜਾ ਸਮਝਾ ਦਿਓ ਸਰ, ਖਾਲਿਸਤਾਨ ਦਾ ਮੁੱਦਾ ਉਭਾਰਨਾ ਧੰਦਾ ਜਾਂ ਖਾਲਿਸਤਾਨ ਦੇ ਮੁੱਦੇ ਤੇ ਨਾਂ ਤੇ ਫੰਡਿੰਗ ਲੈਣਾ ਧੰਦਾ, ਜਾਂ ਖਾਲਿਸਤਾਨ ਦੀਆਂ ਗਤੀਵਿਧੀਆਂ ਦੇ ਉੱਤੇ ਇਹ ਜੋ ਸਭ ਕੁਝ ਚੱਲ ਰਿਹਾ ਉਹ ਇੱਕ ਧੰਦਾ? ਇਹ ਸਾਰਾ ਕੁਝ ਹੀ ਧੰਦਾ ਹੈ। ਤੁਸੀਂ ਨੇੜਿਓਂ ਜਾ ਕੇ ਵੇਖੋ, ਇਹ ਸਾਰਾ ਕੁਝ ਹੀ ਹੈਗਾ ਉਹਦੇ ਉੱਤੇ, ਔਰ ਇਹਦੇ ਵਿੱਚ ਤੁਸੀਂ ਤੁਹਾਨੂੰ ਕੁਐਸਚਨ ਨਹੀਂ ਕਰ ਸਕਦੇ, ਤੁਹਾਡਾ ਰੀਜ਼ਨ ਨਹੀਂ ਹੈ। ਇਹ ਸਾਰੇ ਇਸ਼ੂ ਨੇ ਇੱਕ ਹੋਰ ਸਵਾਲ ਪੈਦਾ ਕੀਤਾ। ਮੈਂ ਫਿਰ ਦੱਸਦਾ, ਉੱਥੇ ਹੀ ਸੀਗਾ ਜਿਹੜੇ ਬਹੁਤ ਵੱਡੀ ਗਿਣਤੀ 'ਚ ਲੋਕ ਸਾਇਲੈਂਟ ਆ, ਲੋਕੀ ਆਪਣੇ ਰੋਟੀ ਪਾਣੀ 'ਚ ਲੱਗੇ ਆ, ਦੂਸਰੇ ਪਾਸੇ ਲੱਗੇ ਆ, ਚਲੋ ਜਾਂਦੇ ਆ, ਉਹ ਆਪਣਾ ਕੰਮ ਕਰਦੇ ਆ। ਜਿਹੜੇ ਲੋਕ ਹੈਗੇ ਇਸ ਇਹਦੇ ਵਿੱਚ, ਜਾਂ ਜਿਹੜੇ ਲੋਕ ਜਿਹੜੇ ਖਾਸ ਕਰਕੇ ਨਵੀਂ ਪੀੜ੍ਹੀ, ਮੈਨੂੰ ਡਰ ਇਸ ਗੱਲ ਦਾ ਹੈ ਕਿ ਇਹ ਹਾਥੀਆਂ ਦੀ ਲੜਾਈ ਦੇ ਵਿੱਚ, ਦੋ ਦੇਸ਼ਾਂ ਦੀ ਲੜਾਈ ਦੇ ਵਿੱਚ ਕਮਿਊਨਿਟੀ ਦਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ। ਉਹਦੇ ਲਈ ਕ੍ਰੈਡੀਬਿਲਿਟੀ ਦਾ, ਉਹਨਾਂ ਦੇ ਇਮੇਜ ਦਾ, ਉਹਨਾਂ ਦਾ ਜਿਹੜਾ ਸਾਰਾ ਸਟਰਕਚਰ ਆ, ਸਿਸਟਮ, ਉਹਦਾ ਹੋਣ ਜਾ ਰਿਹਾ ਹੈ। ਕੁਝ ਲੋਕਾਂ ਦੇ ਕੋਲ ਹੈਗਾ ਕਿ ਇਹ ਜਿਹੜਾ ਖਾਸ ਕਰਕੇ ਉੱਥੇ ਜਿਹੜੀ ਗੁਰਦੁਆਰੇ ਦੀ ਰਾਜਨੀਤੀ ਹੈਗੀ ਆ, ਕਿੱਦਾਂ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਜਾਂਦਾ, ਕਿੱਦਾਂ ਗੁਰਦੁਆਰਿਆਂ ਦੀ ਮਸ਼ਰੂਮ ਗਰੋਥ ਹੋ ਗਈ ਆ, ਕਿੱਦਾਂ ਗੁਰਦੁਆਰਿਆਂ ਦਾ ਉੱਥੇ ਮਿਸਯੂਜ਼ ਹੁੰਦਾ ਵਾ, ਇਹ ਸਾਰਾ ਕੁਝ ਉੱਥੇ ਲੋਕਾਂ ਨੂੰ ਪਤਾ, ਪਰ ਬੋਲਦਾ ਕੋਈ ਨਹੀਂ ਹੈ। ਕਿਉਂ ਬੋਲੇ? ਕਿਉਂਕਿ ਇਹਨਾਂ ਦੇ ਨਾਲ ਕੋਈ ਕਨਫਰੰਟ ਕਰਨਾ ਨਹੀਂ ਚਾਹੁੰਦਾ। 18 ਤਰੀਕ ਨੂੰ ਸਰ ਮੇਰਾ ਸਵਾਲ ਹੋਰ ਹੈ ਡਾਕਟਰ ਸੇਖੋ, ਅਸੀਂ ਨਿੱਜਰ ਨੂੰ ਡਿਫਾਈਨ ਕਿਵੇਂ ਕਰੀਏ ਸਰ? ਅਸੀਂ ਵੱਖਵਾਦੀ ਕਹੀਏ, ਅਲਗਾਵਵਾਦੀ ਕਹੀਏ, ਕੱਟੜਵਾਦੀ ਕਹੀਏ, ਖਾਲਿਸਤਾਨੀ ਹਮਾਇਤੀ ਕਹੀਏ, ਖਾਲਿਸਤਾਨੀ ਸਮਰਥਕ ਕਹੀਏ, ਖਾਲਿਸਤਾਨੀ ਅੱਤਵਾਦੀ ਸ਼ਬਦ ਵਰਤਿਆ ਜਾ ਰਿਹਾ। ਸਰ ਇਹ ਅੱਤਵਾਦੀ ਕਿਉਂ ਨਹੀਂ ਹੁੰਦਾ, ਇਕੱਲਾ ਖਾਲਿਸਤਾਨੀ ਸ਼ਬਦ ਕਿਉਂ ਨਾਲ ਹੁੰਦਾ? ਸਰ ਮੇਰੇ ਸਾਰੇ ਇਹ ਸਵਾਲ ਹੈ ਸਰ। ਉਦੋਂ ਮੇਰਾ ਇਹ ਸਵਾਲ ਹੁੰਦਾ ਤੁਹਾਡੇ ਸਾਹਮਣੇ ਜਿਹੜਾ ਤੁਸੀਂ ਖੜਾ ਕਰ ਰਹੇ ਹੋ, ਕਮਿਊਨਿਟੀ ਕਿੱਥੇ ਖੜੀ ਹੈ ਸਰ? ਜਿਹੜੀ ਕਮਿਊਨਿਟੀ ਦੇ ਸਰਵੇ ਤੁਸੀਂ ਗੱਲ ਕਰਦੇ ਹੋ ਉਹ ਨਾ ਇੱਧਰ ਖੜਨ ਜੋਗੀ ਨਾ ਉੱਧਰ ਖੜਨ ਜੋਗੀ ਸਰ। ਉਹ ਤਾਂ ਆਇਡੈਂਟੀਟੀ ਕ੍ਰਾਈਸਿਸ ਦੇ ਵਿੱਚ ਜੂਝ ਰਹੀ ਹੈ। ਸੇਖੋ ਸਾਹਿਬ, ਕਿਹਦਾ ਕ੍ਰਾਈਸਿਸ ਹੈ? ਆਇਡੈਂਟੀਟੀ ਕ੍ਰਾਈਸਿਸ ਹੁੰਦਾ ਕੀ ਆ? ਇਹ ਕਿੱਦਾਂ ਕੰਸਟਰਕਟ ਕੀਤਾ ਗਿਆ, ਕਿੱਦਾਂ ਇਹ ਡਿਸਪੀਅਰ ਹੋਇਆ ਲੋਕਾਂ ਦੇ? ਪੰਜਾਬ ਦੇ ਵਿੱਚ ਹੁਣ ਤੁਸੀਂ ਦੇਖੋ ਮਸਲੇ ਜਿਹੜੇ ਹੈਗੇ ਆ, ਉਹ ਕਿਹੜੀ ਆਇਡੈਂਟੀਟੀ ਨਾਲ ਜੜੇ ਆ? ਜੇ ਆਇਡੈਂਟੀਟੀ ਨਾਲ ਖੜੇ ਹੁੰਦੇ ਤੇ ਉਹ ਅਕਾਲੀ ਦਲ ਨਾਲ ਖੜੇ ਹੁੰਦੇ, ਫਿਰ ਉਹ ਆਪ ਨਾਲ ਕਿਉਂ ਜਾਂਦੇ? ਫਿਰ ਉਹ ਕਾਂਗਰਸ ਵਾਲਿਆਂ ਨੇ ਜਿਹਨਾਂ ਨੂੰ ਕਹਿੰਦੇ ਵੀ ਸਾਡੀ ਆਇਡੈਂਟੀਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨਾਲ ਕਿਉਂ ਜਾਂਦੇ? ਮੈਨੂੰ ਲੱਗਦਾ ਹੈ ਕਿ ਇਹਨੂੰ ਬਹੁਤ ਮਿਨੂਟਲੀ ਦੇਖਣ ਦੀ ਲੋੜ ਆ। ਇਹ ਰੌਲਾ ਗੋਲਾ ਬਹੁਤ ਜ਼ਿਆਦਾ ਵਾ। ਇਸੇ ਕਰਕੇ ਪੰਜਾਬ ਦੇ ਲੋਕਾਂ ਦੇ ਇੱਥੇ ਤੇ ਉੱਥੇ ਦਿਨੋਂ ਦਿਨ ਮਸਲੇ ਵੱਧਦੇ ਜਾ ਰਹੇ ਆ, ਕ੍ਰਾਈਸਿਸ ਵੱਧਦਾ ਜਾ ਰਿਹਾ। ਸਧਾਰਨ ਬੰਦੇ ਦਾ ਜਿਹੜਾ ਹੈਗਾ ਉਹਦੇ ਵਿੱਚ ਫਸਿਆ ਪਿਆ ਵਾ। ਸੋ ਮੇਰਾ ਕਹਿਣ ਤੋਂ ਭਾਵ ਹੈ, ਤੁਸੀਂ ਜੋ ਮਰਜ਼ੀ ਕਹਿ ਲਓ, ਖਾਲਿਸਤਾਨ ਮੈਂ ਕਹਿੰਦਾ ਵੀ ਠੀਕ ਆ, ਖਾਲਿਸਤਾਨ ਬਣਾਉਣਾ ਕਿੱਥੇ ਆ? ਕੈਨੇਡਾ 'ਚ ਬਣਾਉਣਾ ਵਾ ਜਾਂ ਇੰਡੀਆ 'ਚ ਬਣਾਉਣਾ, ਪੰਜਾਬ 'ਚ ਹੋਣਾ? ਫਿਰ ਇਹ ਪੰਜਾਬ 'ਚ ਗੱਲ ਚੱਲਣੀ ਚਾਹੀਦੀ ਆ। ਇਹ ਠੀਕ ਆ ਕਿ ਜਿਹੜੀ ਤੁਹਾਡੀ ਇਹਨਾਂ ਦੀ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਇਮੀਡੀਏਟਲੀ ਝਟਕਾ ਲੋਕਾਂ ਨੇ ਦਿੱਤਾ ਕਿ ਉਹਨੂੰ ਇੱਕ ਜਿਹੜਾ ਹੁੰਦਾ ਸਿਮਰਜੀਤ ਸਿੰਘ ਮਾਨ ਨੂੰ ਜਿਤਾਤਾ, ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ 2024 ਤੋਂ ਬਾਅਦ ਤੁਸੀਂ ਰਿਜ਼ਲਟ ਵੇਖੋ ਕੀ ਹੋਣਗੇ ਉਹਦੇ ਵਿੱਚ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਲੋਕਾਂ ਦੇ ਮੂੰਹ 'ਚ ਗੱਲ ਪਾਈ ਜਾਂਦੀ ਹੈ। ਪਹਿਲੋਂ ਵੀ ਇਦਾਂ ਹੁੰਦਾ ਸੀਗਾ। ਹੁਣ ਖਾਲਿਸਤਾਨ ਦਾ ਮੁੱਦਾ ਜੇ 4 ਕਿੰਨੇ ਲੋਕ ਹੈਗੇ ਆ,
ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਏਜੰਡੇ ਨੂੰ, ਇਸ ਮੁੱਦੇ ਨੂੰ ਹਵਾ ਦਿੱਤੀ ਜਾਂਦੀ ਆ ਡਿਸਪ੍ਰੋਪੋਰਸ਼ਨੇਟ ਟੂ ਇਟਸ ਜਿਹੜੀ ਹੈਗੀ ਉਹਦੇ ਵਿੱਚੋਂ। ਉਹਦਾ ਕਾਰਨ ਲੱਭਣ ਦੀ ਲੋੜ ਆ ਕਿ ਕੀ ਸਰਕਾਰਾਂ ਵਾ, ਕੀ ਵੈਸਟਰਨ ਇੰਟਰਸਟ ਹੈਗੇ ਆ, ਕਿਹੜੇ ਲੋਕ ਹੈਗੇ ਆ ਜਿਹੜੇ ਇਸ ਸਾਰੇ ਮੁੱਦੇ ਨੂੰ, ਲੋਕਾਂ ਦੇ ਅਸਲੀ ਮੁੱਦੇ, ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵਾਲੇ ਬੱਚਿਆਂ ਦੇ, ਲੋਕਾਂ ਦੇ ਮੁੱਦੇ ਕਿਹੜੇ ਆ। ਸਰਵਾਈਵਲ ਦਾ ਮੁੱਦਾ ਉੱਥੇ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਸਿਸ ਦਾ, ਸਟਰਕਚਰਲ ਕ੍ਰਾਈਸਿਸ ਦਾ ਚਾਹੇ ਕਿਸਾਨ ਸਿੱਖ ਨਹੀਂ ਹੈ, ਕੀ ਹੋਰ ਭਾਈਚਾਰਾ ਉਹਦੇ ਨਾਲ ਨਹੀਂ ਹੈ, ਪੰਜਾਬੀ ਨਹੀਂ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜਾ ਮੁੱਦਾ ਇਹਨੂੰ ਉਛਾਲਿਆ ਜਾਂਦਾ, ਇਹ ਮੁੱਦੇ ਦੇ ਵਿੱਚ ਜਿਹੜੀ ਰਾਜਨੀਤੀ ਹੈਗੀ ਹੈ, ਸਾਨੂੰ ਉਹਨੂੰ ਐਕਸਪੋਜ਼ ਕਰਨ ਦੀ ਲੋੜ ਆ। ਠੀਕ ਹੈ ਡਾਕਟਰ ਖਾਲਿਦ, ਡਾਕਟਰ ਸੇਖੋਂ ਦਾ ਬੜਾ ਇੰਪੋਰਟੈਂਟ ਪੁਆਇੰਟ ਹੈ, ਤੁਸੀਂ ਵੀ ਇਹਨਾਂ ਪੁਆਇੰਟਸ 'ਤੇ ਅਕਸਰ ਜ਼ਿਕਰ ਕਰਦੇ ਰਹਿੰਦੇ ਹੋ। ਡਾਕਟਰ ਖਾਲਿਦ, ਜਦੋਂ ਅਸੀਂ ਕ੍ਰਾਈਸਿਸ ਦੀ ਗੱਲ ਕਰਦੇ ਹਾਂ ਸੋ ਉਸ ਕ੍ਰਾਈਸਿਸ ਦੇ ਵਿਚਾਲੇ ਕ੍ਰਾਈਸਿਸ ਸਰ ਇੰਡੀਆ 'ਚ ਵੀ ਹੈ ਅਤੇ ਕੈਨੇਡਾ 'ਚ ਵੀ ਹੈ ਸਰ। ਮਹਿੰਗਾਈ ਦਾ ਕ੍ਰਾਈਸਿਸ ਹੈ ਜਿਹੜਾ, ਉਹ ਆਮ ਲੋਕਾਂ ਦੀ ਆਵਾਜ਼ ਹੈ ਸਰ। ਇਹ ਕੈਨੇਡਾ ਦੇ ਵਿੱਚ ਵੀ ਬਹੁਤ ਵੱਡਾ ਹੈ ਇਸ ਵਕਤ ਅਤੇ ਇੰਡੀਆ ਵਿੱਚ ਵੀ ਹੈਗਾ। ਡਾਕਟਰ ਖਾਲਿਦ, ਕੀ ਉਹਨਾਂ ਸਾਰੇ ਰੀਅਲ ਇਸ਼ੂਜ਼ ਨੂੰ, ਜੇ ਉੱਥੇ ਅਸੀਂ ਇੱਥੋਂ ਸਟੂਡੈਂਟਸ ਜਾਂਦੇ ਪੜ੍ਹਨ, ਉਹਨਾਂ ਦੇ ਖਰਚੇ ਪਾਣੀ, ਉਹਨਾਂ ਨੂੰ ਜਿਹੜੇ ਮਕਾਨ ਲੈਂਦੇ ਆ ਉੱਥੇ ਖਰਚਾ ਭਰਨਾ ਪੈ ਰਿਹਾ, ਜਾਂ ਉੱਥੇ ਲੋਕਾਂ ਨੇ ਪਹਿਲਾਂ ਲੋਨ ਲਿੱਤੇ ਹੋਏ ਆ ਸਰ, ਉਹਨਾਂ ਦੇ ਬਹੁਤ ਇਸ਼ੂਜ਼ ਹੈ, ਕਿ ਦੋਨਾਂ ਪਾਸੇ ਉਹਨਾਂ ਰੀਅਲ ਇਸ਼ੂਜ਼ 'ਤੇ ਪਰਦਾ ਪਾਇਆ ਜਾ ਰਿਹਾ ਸਰ, ਕ੍ਰਾਈਸਿਸ ਨੂੰ ਨਹੀਂ ਦੱਸਿਆ ਜਾ ਰਿਹਾ। ਕ੍ਰਾਈਸਿਸ ਅਸਲ ਵਿੱਚ ਕੀ ਹੈਗਾ ਡਾਕਟਰ ਖਾਲਿਦ, ਤੁਸੀਂ ਇਹ ਮੰਨਦੇ ਹੋ? ਦੇਖੋ ਇਦਾਂ ਹੈਗਾ ਕਿ ਅਨਐਮਪਲੋਇਮੈਂਟ ਦਾ ਕ੍ਰਾਈਸਿਸ ਡੈਫੀਨਿਟਲੀ ਉੱਥੇ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਇੱਥੇ ਤਾਂ ਹੈ ਹੀ ਹੈ। ਇਸੇ ਤਰੀਕੇ ਦੇ ਨਾਲ ਹੋਰ ਜਿਹੜੇ ਕ੍ਰਾਈਸਿਸ ਹੈ, ਸਰਵਾਈਵਲ ਦਾ ਔਰ ਰੋਜ਼ੀ ਰੋਟੀ ਦਾ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਔਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਸਿਚੁਏਸ਼ਨ ਉੱਥੇ ਬਣਦੀ ਜਾ ਰਹੀ ਹੈ ਕਿ ਤੁਸੀਂ ਅੰਨ੍ਹੇਵਾਹ ਤੇ ਤੁਰੇ ਜਾਂਦੇ ਹੋ, ਉੱਥੇ ਤੁਹਾਡਾ ਫਿਊਚਰ ਉੱਥੇ ਕੁਝ ਨਜ਼ਰ ਨਹੀਂ ਆ ਰਿਹਾ, ਜਿਹਦੀ ਵਜ੍ਹਾ ਕਰਕੇ ਸੁਸਾइड्स भी हो रहे हैं, हार्ट अटैक्स भी हो रहे हैं नवे एंट्रेंट्स ਦੇ, ਔਰ ਜਿਸ ਤਰੀਕੇ ਦੇ ਨਾਲ ਉਹ ਗਿਨੀ ਪਿਗਸ ਵਾਂਗੂ ਬੇਸਮੈਂਟਾਂ ਦੇ ਵਿੱਚ ਰਹਿ ਰਹੇ ਆ, ਉਹ ਸਾਰਾ ਕੋਈ ਕ੍ਰਾਈਸਿਸ ਹੈ। ਉਹ ਕ੍ਰਾਈਸਿਸ ਐਨਆਰਆਈਜ਼ ਦਾ ਵੀ ਹੈ, ਉਹ ਕ੍ਰਾਈਸਿਸ ਉਹਨਾਂ ਲੋਕਾਂ ਦਾ ਵੀ ਹੈ ਜਿਹੜੇ ਉੱਥੇ ਆਲਰੇਡੀ ਰਹਿ ਰਹੇ ਹੈ, ਔਰ ਉੱਥੇ ਐਕਸਪਲੋਇਟੇਸ਼ਨ ਏਡੀ ਜ਼ਬਰਦਸਤ ਹੋ ਰਹੀ ਹੈ ਉੱਥੇ ਦੇ ਲੋਕਾਂ ਦੁਆਰਾ ਵੀ, ਔਰ ਇੱਥੋਂ ਜਿਹੜਾ ਪਹਿਲਾਂ ਗਏ ਹੋਏ ਹੈ ਉਹਨਾਂ ਦੁਆਰਾ ਵੀ, ਜਿਹੜੇ ਇਮੀਗ੍ਰੈਂਟਸ ਹੈ। ਇਹ ਸਾਰੇ ਮੁੱਦੇ ਜਿਹੜੇ ਹੈਗੇ ਆ, ਉਹ ਮੁੱਦੇ ਆਪਾਂ ਨੂੰ ਵੀ ਪਤਾ ਹੈ, ਲੇਕਿਨ ਜਿਸ ਵੇਲੇ ਜਸਟਿਨ ਟਰੂਡੋ ਇਹ ਗੱਲ ਕਰਦੇ ਆ, ਔਰ ਇਹ ਗੱਲ ਕਰਨ ਤੇ ਬਾਅਦ ਉਹ ਇਹ ਕਹਿੰਦੇ ਆ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਜਿਹੜੇ G7 ਕੰਟਰੀਜ਼ ਹੈ ਉਹਦੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਸਾਰਾ ਕੁਝ, ਔਰ ਅਸੀਂ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ ਸਾਰਾ, ਔਰ ਉਹਨਾਂ ਨੇ ਵੀ ਕਿਹਾ ਵੀ ਕਿ ਅਸੀਂ ਹੋਪ ਕਰਦੇ ਹਾਂ ਕਿ ਇੰਡੀਆ ਇਹਦੇ ਵਿੱਚ ਕੋਆਪਰੇਟ ਕਰੇਗਾ, ਹਾਲਾਂਕਿ ਕੋਈ ਐਵੀਡੈਂਸ ਸਾਹਮਣੇ ਨਹੀਂ ਆਈ ਹੈ ਇਸ ਵੇਲੇ ਤੱਕ। ਤਾਂ ਐਸੀ ਸਿਚੁਏਸ਼ਨ ਦੇ ਵਿੱਚ ਡੈਫੀਨਿਟਲੀ ਦੋਨੇ ਸਰਕਾਰਾਂ ਇਸ ਮੁੱਦੇ ਨੂੰ ਪੋਲੀਟੀਕਲ ਰੂਪ ਦੇ ਕੇ ਉਹਨੂੰ ਬਣਾਉਣ ਦੀ ਐਜ਼ ਅ ਵੋਟ ਬੈਂਕ ਪੋਲਿਟਿਕਸ ਕੋਸ਼ਿਸ਼ ਕਰਨਗੇ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ ਤੇ ਆਖਰੀ ਹਿੱਸੇ ਵਿੱਚ ਕੁਝ ਹੋਰ ਸਵਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਡਾਕਟਰ ਖਾਲਿਦ, ਤੁਸੀਂ ਵਾਰ-ਵਾਰ G7 G20 ਦਾ ਜ਼ਿਕਰ ਕਰਦੇ ਪਏ ਹੋ। ਇੱਕ ਪਾਸੇ ਤੁਸੀਂ ਨਾਲ ਇਹ ਵੀ ਕਹਿ ਰਹੇ ਹੋ ਕਿ ਸਾਨੂੰ G20 ਦੀ ਟਾਈਮਿੰਗ ਦੇ ਹਿਸਾਬ ਨਾਲ ਸਾਰੇ ਮੁੱਦੇ ਨੂੰ ਨਹੀਂ ਵਿਚਾਰਨਾ ਚਾਹੀਦਾ। ਜੋ ਤੁਸੀਂ ਇਹ ਗੱਲ ਕਰਦੇ ਹੋ ਤੇ ਮੇਰੇ ਮਨ ਵਿੱਚ ਇਹ ਸਵਾਲ ਆ ਰਿਹਾ ਕਿ ਤੁਸੀਂ G7 ਵਰਸਸ G20 ਤਾਂ ਨਹੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਡਾਕਟਰ ਖਾਲਿਦ? ਦੇਖੋ G7 ਵਰਸਸ G20 ਨਹੀਂ ਹੈ, ਬਲਕਿ G7 G20 ਦਾ ਵੀ ਪਾਰਟ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਲੇਕਿਨ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਉਹ ਹੈ ਕਿ ਕਿਉਂਕਿ ਇਹ ਮਾਮਲਾ ਦੋ ਕੰਟਰੀਜ਼ ਦੇ ਵਿੱਚ ਹੈ, ਇਸ ਕਰਕੇ ਇਹਦੀਆਂ ਇੰਟਰਨੈਸ਼ਨਲ ਇੰਪਲੀਕੇਸ਼ਨਸ ਜਿਹੜੀਆਂ ਹੈਗੀਆਂ ਉਹ ਕਾਫੀ ਜ਼ਬਰਦਸਤ ਹੋਣ ਵਾਲੀਆਂ ਹੈ ਅਗਰ ਦੋਨਾਂ ਕੰਟਰੀਜ਼ ਨੇ ਇਸ ਚੀਜ਼ ਨੂੰ ਠੱਲ ਪਾਉਣ ਦੀ ਕੋਸ਼ਿਸ਼ ਨਾ ਕੀਤੀ। ਡਾਕਟਰ ਖਾਲਿਦ, ਮੈਂ ਸਵਾਲ ਇਸ ਕਰਕੇ ਕਰ ਰਿਹਾ ਸੀਗਾ, ਤੁਸੀਂ ਬਿਲਕੁਲ ਵਾਜਬ ਫਰਮਾਇਆ ਕਿ G7 ਵੀ G20 ਦਾ ਹਿੱਸਾ ਹੈ, ਪਰ ਸਰ G7 ਜਿੰਨਾ ਪਾਵਰਫੁਲ ਹੈਗਾ, ਕਿ ਇਸ ਨੂੰ ਉਸ ਨਜ਼ਰੀਏ ਨਾਲ ਸਾਨੂੰ ਸਮਝਣ ਦੀ ਜ਼ਰੂਰਤ ਹੈ ਜਾਂ ਨਹੀਂ? ਇੰਡੀਆ ਕੈਨੇਡਾ ਹੀ ਸਮਝੀਏ? नो ਹਾਂ, ਇੰਡੀਆ ਕੈਨੇਡਾ ਜਿਹੜਾ ਹੈਗਾ ਤਾਂ ਸ਼ੁਰੂ ਹੋਇਆ, ਲੇਕਿਨ ਇਹਦੇ ਜਿਹੜੇ ਹੈਗੇ ਛਿੱਟੇ ਉਹ ਕਈ ਜਗ੍ਹਾ ਤੇ ਪੈਣਗੇ। ਜਿਵੇਂ ਮੈਂ ਪਹਿਲਾਂ ਕਿਹਾ ਕਿ G7 ਈਵਨ G20, ਜਿਸ ਤੋਂ ਆਪਾਂ G20 ਦੇ ਵਿੱਚ ਆਪਾਂ ਆਪਣੀ ਥਾਪੀ ਮਾਰ ਰਹੇ ਸੀਗੇ ਕਿ ਅਸੀਂ ਬਹੁਤ ਸਕਸੈਸਫੁਲ ਇਵੈਂਟ ਕਰ ਲਈ, ਤੁਸੀਂ ਇਹ ਦੇਖੋ ਕਿ ਉਹ ਇਵੈਂਟ ਦੇ ਉੱਪਰ ਇਮੀਡੀਏਟਲੀ ਆ ਸ਼ੁਰੂ ਹੋ ਗਿਆ। ਔਰ ਅਗਰ ਕਿਸੇ ਵੀ ਹੋਰ ਕੰਟਰੀ ਨੇ ਸਪੋਰਟ ਕਰਤਾ ਕੈਨੇਡਾ ਨੂੰ, ਅਗਰ ਕੋਈ ਇਸ ਤਰ੍ਹਾਂ ਦੀ ਐਵੀਡੈਂਸ ਸਾਹਮਣੇ ਆਉਂਦੀ ਹੈ ਜਿਹੜੀ ਉਹ ਮਹਿਸੂਸ ਕਰਦੇ ਆ ਕਿ ਹਾਂ ਕ੍ਰੈਡੀਬਲ ਹੈ, ਤਾਂ ਉਹ ਸਾਡੇ ਵਾਸਤੇ ਇੰਟਰਨੈਸ਼ਨਲ ਲੈਵਲ ਤੇ ਕਾਫੀ ਮੁਸ਼ਕਿਲ ਖੜੀ ਕਰੇਗਾ, ਮੈਂ ਕਹਿ ਰਿਹਾ। ਔਰ ਦੂਸਰੇ ਕਈ ਜਿਹੜੇ ਇੰਡੀਅਨ ਬਲੌਗਰਸ, ਉਹ ਬਲੌਗਰਸ ਜਾਂ ਇੰਡੀਅਨ ਯੂਟਿਊਬਰ ਜਿਨ੍ਹਾਂ ਦੇ ਪਿੱਛੇ
ਸਰਕਾਰ ਖੜੀ ਨਜ਼ਰ ਆਉਂਦੀ ਹੈ ਉਹਨਾਂ ਦੇ ਸਾਰੇ ਕਲੇਮ ਹੋਣੇ ਜਿੰਨੇ ਵੀ ਯੂਕੇ ਚ ਅਸੈਸੀਨੇਸ਼ਨ ਹੋਇਆ ਜਾਂ ਹੋਰ ਹੋਇਆ ਔਰ ਉਹਦੇ ਵਾਸਤੇ ਥਾਪੀ ਮਾਰਨੀ ਕਿ ਦੇਖੋ ਜੀ ਇਹ ਕਰਤਾ ਤਾਂ ਇਹ ਰਿਲੇਸ਼ਨਸ ਨੂੰ ਹੋਰ ਜ਼ਿਆਦਾ ਖਰਾਬ ਕਰੇਗਾ ਔਰ ਇਹਦਾ ਪ੍ਰਭਾਵ ਜਿਹੜਾ ਹੈਗਾ ਉਹ ਸਿਰਫ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਜਿਹੜੇ ਹੈਗੇ ਆ ਕਿਉਂਕਿ ਸਾਡੇ ਬੜੀ ਰੋਬਸਟ ਰਿਲੇਸ਼ਨਸ਼ਿਪ ਹੈ ਚਾਹੇ ਟ੍ਰੇਡ ਨੂੰ ਲੈ ਲਓ ਚਾਹੇ ਐਗਰੀਕਲਚਰ ਨੂੰ ਲੈ ਲਓ ਚਾਹੇ डिजिटल टेक्नोलॉजी बहुत अच्छी है लेकिन जिस तरीके दे नाल ਜਿਹੜੇ ट्रेड कमीशन ਜਿਹੜੇ ਹੈਗੇ ਆ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ FTA ਨੂੰ ਰੋਕ ਦਿੱਤਾ ਗਿਆ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਇੰਪਲੀਕੇਸ਼ਨਸ ਸਿਰਫ ਇੰਡੀਆ ਤੇ ਕੈਨੇਡਾ ਦੇ ਵਿੱਚ ਹੀ ਨਹੀਂ ਹੋਣਗੀਆਂ ਬਲਕਿ ਸਾਡੀ ਓਵਰਆਲ ਛਵੀ ਜਾਂ ਕੈਨੇਡਾ ਦੀ ਓਵਰਆਲ ਛਵੀ ਉਹਦੇ ਉੱਪਰ ਇਹਦਾ ਪ੍ਰਭਾਵ ਪਏਗਾ ਹੀ ਪਏਗਾ ਉਹਨੂੰ ਤੁਸੀਂ ਨਹੀਂ ਰੋਕ ਸਕਦੇ ਠੀਕ ਹੈ ਇਮੇਜ ਪੱਖੋਂ ਡਾਕਟਰ ਖਾਲਿਦ ਨੇ ਜੋ ਗੱਲ ਕੀਤੀ ਹੈ ਡਾਕਟਰ ਸੇਖੋ ਤੁਸੀਂ ਵੀ ਉਹਨਾਂ ਇਤਫਾਕ ਰੱਖਦੇ ਹੋਵੋਗੇ ਪਰ ਮੇਰਾ ਸਵਾਲ ਹੈ ਸਰ ਇਕਨੋਮਿਕ ਪੱਖੋਂ ਜਦੋਂ ਅਸੀਂ ਇੱਥੇ ਇੰਡੀਆ ਵਿੱਚ ਇਹ ਦਾਅਵਾ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਪਹਿਲੀਆਂ 3 'ਚ ਪਹੁੰਚ ਜਾਵਾਂਗੇ ਇਕਨੋਮੀ ਦੇ ਮਾਮਲੇ ਵਿੱਚ ਉਦੋਂ ਕੈਨੇਡਾ ਦੀ ਇਕਨੋਮੀ ਡਾਵਾਂਡੋਲ ਹੋਵੇ ਉਦੋਂ ਅਸੀਂ ਇਹ ਵੀ ਦਾਅਵਾ ਕਰਦੇ ਹਾਂ ਵੀ ਉੱਥੇ ਹਾਲਾਤ ਬਹੁਤ ਮਾੜੇ ਆ ਤੇ ਮਿਸਟਰ ਟਰੂਡੋ ਨੇ ਆਪਦੇ ਹਾਲਾਤਾਂ ਨੂੰ ਛੁਪਾਉਣ ਦੇ ਲਈ ਇਹ ਮੁੱਦਾ ਚੁੱਕ ਲਿਆ G20 ਨੂੰ ਮੈਂ ਪਾਸੇ ਰੱਖ ਕੇ ਗੱਲ ਕਰ ਰਿਹਾ ਡਾਕਟਰ ਸੇਖੋ ਪਤਾ ਨਹੀਂ ਕਿਸ ਬੇਸਿਸ ਤੇ ਕਹੀ ਜਾਂਦੇ ਆ ਵੀ ਤੁਸੀਂ ਬਹੁਤ ਵੱਡੇ ਹੋ ਜਾਓਗੇ ਜਾਂ ਤੁਸੀਂ ਅੰਮ੍ਰਿਤ ਕਾਲ 'ਚ ਪਹੁੰਚ ਜਾਓਗੇ ਜਾਂ ਤੋਂ ਪਹਿਲੇ ਕਾਲ 'ਚ ਪਹੁੰਚ ਜਾਓਗੇ ਮੈਂ ਇੱਥੇ ਅੱਜ ਕੱਲ੍ਹ ਯੂਪੀ 'ਚ ਆਪਣੇ ਫਾਰਮ ਤੇ ਬੈਠਾ ਹਾਂ ਤੁਸੀਂ ਲੋਕਾਂ ਦਾ ਹਾਲਤ ਤੇ ਵੇਖੋ ਆਣ ਕੇ ਕਿ ਲਾਰਜ ਮਾਸ ਜਿਹੜਾ ਹੈਗਾ ਵਾ ਉਹ ਕੋਈ ਮਿਨੀਮਮ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਕੋਲ ਨੀਡਸ ਹੈਗੀਆਂ ਉਹਦੇ ਵਿੱਚ ਵੱਡੇ ਮਾਸ ਦੇ ਵਿੱਚ ਵੱਡੇ ਪਿੰਡਾਂ ਦੇ ਵਿੱਚ ਇਹ ਕਿੱਥੋਂ ਕਿੱਦਾਂ ਕਰੀ ਜਾਂਦੇ ਗੱਲਾਂ ਕਹਿਣਾ ਚਲੋ ਨਹੀਂ ਡਾਕਟਰ ਸੇਖੋ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ ਇਸ ਤੇ ਚਰਚਾ ਕਰਦੇ ਹਾਂ ਅਸੀਂ ਗਲੋਬਲ ਹੰਗਰ ਇੰਡੈਕਸ ਨੂੰ ਪਾਸੇ ਰੱਖਦੇ ਹਾਂ ਅਸੀਂ ਪਰ ਕੈਪੀਟਲ ਇਨਕਮ ਨੂੰ ਪਾਸੇ ਰੱਖਦੇ ਹਾਂ ਅਸੀਂ GDP ਦਾ ਕਿੰਨਾ ਹਿੱਸਾ ਮੁਲਕ ਦੇ ਅਖੀਰਲੇ ਬੰਦੇ ਤੱਕ ਪਹੁੰਚਦਾ ਅਸੀਂ ਉਸ ਨੂੰ ਪਾਸੇ ਰੱਖ ਕੇ ਗੱਲ ਕਰਦੇ ਹਾਂ ਡਾਕਟਰ ਸੇਖੋ ਮੈਂ ਕਹਿੰਦਾ ਵੀ ਉਹ ਤਾਂ ਸਾਡੀਆਂ ਬੇਸਿਕਲੀ ਜਿਹੜੀਆਂ ਬੇਸਿਕ ਵਾ ਸਾਡਾ ਉਹ ਜਿਹੜੀਆਂ ਸਾਡੀਆਂ ਰਿਐਲਿਟੀਜ਼ ਹੈਗੀਆਂ ਉਹਨੂੰ ਸਾਹਮਣੇ ਰੱਖ ਕੇ ਰੱਖਾਂਗੇ ਨਾ ਦੂਸਰੀ ਪਾਸਾ ਇਹ ਹੈਗਾ ਕਿ ਜਿਹੜੀ ਖਾਲਿਦ ਸਾਹਿਬ ਨੇ ਗੱਲ ਕੀਤੀ ਉਹਨਾਂ ਦੀ ਮਜਬੂਰੀਆਂ ਹੈਗੀਆਂ ਠੀਕ ਆ ਟਰੂਡੋ ਸਾਹਿਬ 10 ਸਾਲ ਹੋ ਗਏ ਦੀ ਪਾਪੂਲੈਰਿਟੀ ਲੋਐਸਟ ਪਾਸੇ ਜਾ ਰਹੀ ਹੈ ਕੁਆਇਟ ਲਾਈਕਲੀ ਜਿਹੜੇ ਇੰਡੀਕੇਸ਼ਨ ਆ ਰਹੇ ਆ ਕਿ ਹੀ ਵਿਲ ਬੀ ਪੋਸੀਬਲੀ ਫੇਸਿੰਗ ਅ ਸੀਰੀਅਸ ਚੈਲੰਜ ਪਿਛਲੀ ਵਾਰੀ ਉਹਨਾਂ ਨੇ ਉਹ ਕਰਾਤੀਆਂ ਸੀ ਜਿਹੜੀਆਂ ਚੋਣਾਂ ਕਰਾਤੀਆਂ ਸੀ ਸਿਰਫ 4 ਸੀਟਾਂ ਵਧੀਆਂ ਸੀ NDP ਨੂੰ ਫਾਇਦਾ ਹੋ ਗਿਆ ਸੀ NDP ਦੇ ਲੀਡਰ ਤੁਹਾਨੂੰ ਪਤਾ ਉਹ ਜਗਮੀਤ ਸਿੰਘ ਧਾਰੀਵਾਲ ਜਿਹੜੇ ਆ ਉਹਦੇ ਲੀਡਰ ਹੈਗੇ ਉਹਦੇ ਵਿੱਚੋਂ ਦੂਸਰੀ ਗੱਲ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੱਦਾਂ ਉਹਨੇ ਟੇਕਨ ਫਾਰ ਗ੍ਰਾਂਟਡ ਲੈ ਲਿਆ ਵੀ ਸਿੱਖ ਜਿਹੜੇ ਹੈਗੇ ਆ ਸਾਰੇ ਟਰੂਡੋ ਦੇ ਇਸ ਏਜੰਡੇ ਦੇ ਦੇਣਗੇ ਵੋਟ ਇਹ ਪੋਸੀਬਲ ਨਹੀਂ ਹੋ ਸਕਦਾ ਉੱਥੇ ਵੰਡੇ ਪਏ ਉਹਦੇ ਵਿੱਚੋਂ ਆਣ ਕੇ ਉਸ ਤਰੀਕੇ ਦੇ ਨਾਲ ਦੂਸਰਾ ਇਹ ਹੈਗਾ ਕਿ ਇਹ ਗੱਲ ਠੀਕ ਹੈ ਪਰ ਦੂਸਰਾ ਜਿਹੜਾ ਕਿ ਉੱਥੇ ਪ੍ਰਾਈਸ ਰਾਈਜ਼ ਹੈਗੀ ਆ ਸਾਰਾ ਕੁਝ ਹੈਗਾ ਪਰ ਕੀ ਉਹ 2.1% ਸਿੱਖਾਂ ਨੂੰ ਮੈਟਰ ਕਰਦਾ ਕਿ ਉਹ ਹੋਮਲੈਂਡ ਦੀ ਗੱਲ ਕਰਨੀ ਸ਼ੁਰੂ ਕਰ ਦੇਣ ਉਹ ਖਾਲਿਸਤਾਨ ਦੇ ਤੇ ਸਪੋਰਟ ਕਰਦੀ ਸੀ ਵੱਡਾ ਸਵਾਲ ਮੇਰੇ ਲਈ ਇਹ ਹੈ ਜੇ ਉੱਥੇ ਇਹ ਮੁੱਦੇ ਹੈਗੇ ਆ ਟਰੂਡੋ ਦੇ ਮੁੱਦੇ ਆ ਡੋਮੈਸਟਿਕ ਮੁੱਦੇ ਆ ਪ੍ਰਾਈਸ ਰਾਈਜ਼ ਸੇਖੋ ਸਾਹਿਬ ਇਹ ਤਾਂ ਮਿਸਟਰ ਟਰੂਡੋ ਨੂੰ ਵੀ ਪਤਾ ਨਾ ਉੱਥੇ ਸਰਵੇ ਹੋਇਆ ਤੇ ਕਿੰਨੇ ਲੋਕ ਹੱਕ ਵਿੱਚ ਆ ਕਿੰਨੇ ਵਿਰੋਧ ਵਿੱਚ ਆ ਇਹ ਤਾਂ ਸਭ ਚੀਜ਼ਾਂ ਮਿਸਟਰ ਟਰੂਡੋ ਨੂੰ ਵੀ ਪਤਾ ਪਰ ਮਿਸਟਰ ਟਰੂਡੋ ਇਹ ਹੋ ਸਕਦਾ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਪਾਪੂਲੈਰਿਟੀ ਡਾਊਨ ਹੈ ਤੇ ਹੋ ਸਕਦਾ ਕਿ ਜਿਹੜਾ ਦੀਵਾ ਬੁਝਣ ਵਾਲਾ ਹੋਵੇ ਜਿਹੜਾ ਫੜਫੜਾਉਂਦਾ ਤੇ ਫਿਰ ਅਖੀਰ ਤੇ ਕਹਿੰਦਾ ਵੀ ਆਹ ਦਾ ਵੀ ਚੱਲ ਦੋ ਸਾਡੇ ਇੰਡੀਆ ਵਿੱਚ ਇਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾ ਰਿਹਾ ਡਾਕਟਰ ਸੇਖੋ ਨਹੀਂ ਸਾਡੇ ਤੇ ਇੱਕ ਘਟਨਾ ਹੋ ਜਾਵੇ ਤਾਂ ਸਾਰਾ ਚੇਂਜ ਹੋ ਜਾਂਦਾ ਸ਼ਾਇਦ ਉੱਥੇ ਵੀ ਹੋ ਸਕਦਾ ਮੈਂ ਨਹੀਂ ਕਰਦਾ ਵੀ ਉਹ ਇੱਥੇ ਇਸ ਤਰੀਕੇ ਨਾਲ ਹੁੰਦਾ ਹੋਊਗਾ ਨਹੀਂ ਹੁੰਦਾ ਹੋਊਗਾ ਮੇਰਾ ਪੁਆਇੰਟ ਹੈਗਾ ਵੀ ਜਿਹੜੇ ਮੁੱਦੇ ਉਠਾ ਰਹੀਆਂ ਦੋ ਸਰਕਾਰਾਂ ਉਠਾ ਰਹੀਆਂ ਸਰਕਾਰਾਂ ਦੇ ਮੁਖੀ ਉਠਾ ਰਹੇ ਆ ਸਾਨੂੰ ਸਮਝਣ ਦੀ ਲੋੜ ਹੈਗੀ ਆ ਕਿ ਇਹਦੇ ਪਿਛਲੇ ਪਾਸੇ ਜਿਹੜੀ ਹੈਗੀ ਮਨਸ਼ਾ ਕੀ ਹੈਗੀ ਆ ਇਹਦੇ ਪਿਛਲੇ ਪਾਸੇ ਰਾਜਨੀਤੀ ਕੀ ਹੈਗੀ ਅਸੀਂ ਕਿੱਥੇ ਖੜੇ ਆ ਖਾਸ ਕਰਕੇ ਜਿਹੜੀ ਕਮਿਊਨਿਟੀ ਆ ਹੁਣ ਉੱਥੇ ਹੋ ਕੀ ਰਿਹਾ ਕਿ ਨਵੀਂ ਕਿਸਮ ਦੀ ਰਾਜਨੀਤੀ ਸ਼ੁਰੂ ਹੋ ਗਈ ਉੱਥੇ ਹੀ ਜਿਹੜਾ ਹੈਗਾ ਖਾਸ ਕਰਕੇ ਕਈ ਕਿਸਮ ਦੇ ਸਲੋਗਨ ਸ਼ੁਰੂ ਆ ਗਏ ਵੀ ਸ਼ਾਇਦ ਉੱਥੇ ਹਿੰਦੂ ਨਹੀਂ ਰਹਿ ਸਕਦੇ ਜਾਂ ਉੱਥੇ ਹੋਰ ਨਹੀਂ ਰਹਿ ਸਕਦੇ ਮੇਰਾ ਪੁਆਇੰਟ ਸਿਰਫ ਇਹ ਹੈਗਾ ਸਾਡੇ ਪੁਆਇੰਟ ਤੇ ਮੈਂ ਆ ਰਿਹਾ ਡਾਕਟਰ ਸੇਖੋ ਹੋ ਸਕਦਾ ਤੁਹਾਨੂੰ ਮੇਰਾ ਸਵਾਲ ਚੰਗਾ ਵੀ ਨਾ ਲੱਗੇ ਮੈਂ ਆਖਰੀ ਸਵਾਲ ਤੁਹਾਨੂੰ ਕਰ ਰਿਹਾ ਕਮਿਊਨਿਟੀ ਇਸ ਵਕਤ ਬਹੁਤ ਵੱਡੇ ਪੱਧਰ ਤੇ ਆਈਸੋਲੇਟ ਮਹਿਸੂਸ ਕਰਦੀ ਪਈ ਹੈ ਸਵਾਲ ਠੀਕ ਹੈ ਜਾਂ ਗਲਤ ਸਰ ਕੋਈ ਆਈਸੋਲੇਟ ਨਹੀਂ ਕਰਦਾ ਇਹ ਕੁਝ ਲੋਕ ਹੈਗੇ ਆ ਕੁਝ ਲੋਕਾਂ ਦਾ ਰੋਟੀ ਪਾਣੀ ਦਾ ਮਸਲਾ ਹੱਲ ਹੋਇਆ ਵਾ ਜਿਹੜੀ ਆਇਡੈਂਟੀਟੀ ਦੀ ਗੱਲ ਕਰ ਲਗੇ ਉਹ ਕਰਦੇ ਆ ਉਹਨਾਂ ਕੋਲ ਹੋਰ ਉਸ ਸਿਸਟਮ ਦੇ ਵਿੱਚ ਅਸਿਮੀਲੇਸ਼ਨ ਅਕਮੋਡੇਸ਼ਨ ਨਹੀਂ ਹੈਗੀ ਉਹ ਇਸ ਕਿਸਮ ਦਾ ਸਾਰਾ ਕੰਮ ਚੱਲਦਾ ਕਿਤੇ ਕੋਈ ਕ੍ਰਾਈਸਿਸ ਨਹੀਂ ਲਾਰਜ ਮਾਸ ਦੇ ਵਿੱਚ ਉਹ ਆਪਣੇ ਸਿਸਟਮ ਦੇ ਵਿੱਚ ਬਿਜ਼ੀ ਹੋਏ ਪਏ ਆ ਉਹ ਆਪਣੀ ਚੋਇਸ ਨਾਲ ਕੈਨੇਡਾ ਗਏ ਸੀਗੇ ਉਹਨਾਂ ਨੂੰ ਪਤਾ ਹੈਗਾ ਕਿ ਇੱਥੋਂ ਦੇ ਹਾਲਾਤ ਕਿਸ ਕਿਸਮ ਦੇ ਹੈਗੇ ਆ ਲਾਰਜਰ ਜਿਹੜਾ ਖਾਸ ਕਰਕੇ ਕਮਿਊਨਿਟੀ ਦਾ ਜਿਹੜਾ ਹਿੱਸਾ ਹੈਗਾ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਪ੍ਰੋਸਪੈਰਿਟੀ ਆਵੇ
ਪੰਜਾਬ ਦੇ ਵਿੱਚ ਲਾ ਐਂਡ ਆਰਡਰ ਹੋਵੇ। ਜੇ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਹੋ ਜਾਂਦਾ ਇਕੱਲਾ ਤੇ ਬਹੁਤ ਵੱਡੀ ਗਿਣਤੀ ਦੇ ਲੋਕ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ ਚਾਹੁੰਦੇ ਆ, ਤੇ ਜੇ ਇਸ ਕਿਸਮ ਦੇ ਹਾਲਾਤ ਪੈਦਾ ਹੁੰਦੇ ਆ ਤੇ ਫਿਰ ਉਹਨਾਂ ਲਈ ਕ੍ਰਾਈਸਿਸ ਜ਼ਿਆਦਾ ਵੱਡਾ ਹੁੰਦਾ। ਲਾਰਜਰ ਗਿਣਤੀ ਲਈ ਹੋ ਸਕਦਾ ਥੋੜੇ ਲੋਕਾਂ ਲਈ ਜਿਹੜਾ ਹੈਗਾ ਉਸ ਤਰੀਕੇ ਨਾਲ ਹੋਵੇ, ਪਰ ਮੈਂ ਗੱਲ ਕਹਿਣੀ ਚਾਹੂੰਗਾ ਕਿ ਜਿਹੜੀ ਕੋਈ ਨੈਗੇਟਿਵ ਇਦਾਂ ਦੀ ਚੀਜ਼ ਹੁੰਦੀ ਆ ਉਹਨੂੰ ਲਾਰਜਰ ਦੈਨ ਸਾਈਜ਼ ਜਿਹੜਾ ਹੈਗਾ ਵਾ ਉਹਨੂੰ ਡਿਸਪ੍ਰੋਪੋਰਸ਼ਨਲੀ ਜਿਹੜਾ ਇਸ ਤਰੀਕੇ ਨਾਲ ਸਾੜਿਆ ਜਾਂਦਾ ਵਾ ਕਿ ਜਿੱਦਾਂ ਇੱਕ ਵਿਅਕਤੀ ਕਹਿ ਰਿਹਾ ਵਾ ਜਾਂ ਇੱਕ ਜਥੇਬੰਦੀ ਕਹਿ ਰਹੀ ਆ, ਛੋਟੀ ਜਥੇਬੰਦੀ ਕਹਿ ਰਹੀ ਆ, ਸ਼ਾਇਦ ਉਹੀ ਸੱਚਾਈ ਹੋਵੇ। ਠੀਕ ਹੈ ਡਾਕਟਰ ਖਾਲਿਦ, ਇੱਕ ਆਖਰੀ ਸਵਾਲ ਤੁਹਾਨੂੰ ਕਰ ਰਿਹਾ ਡਾਕਟਰ ਖਾਲਿਦ ਜੀ। ਜਿਹੜੀ ਗੱਲ ਵਾਰ-ਵਾਰ ਡਾਕਟਰ ਸੇਖੋਂ ਕਹਿ ਰਹੇ ਆ ਕਿ ਸਾਨੂੰ ਉਹਦੇ ਪਿੱਛੇ ਜਾ ਕੇ ਦੇਖਣ ਦੀ ਜ਼ਰੂਰਤ ਹੈ, ਕੀ ਹੈ ਪਰਦੇ ਪਿੱਛੇ ਕੀ ਹੈਗਾ ਸਰ, ਪਰਦਾ ਚੱਕੂ ਕੌਣ ਡਾਕਟਰ ਖਾਲਿਦ? ਜੇ ਤੁਹਾਡੇ ਕੋਲ ਹੈਗਾ ਸਰ ਸੱਚ ਤਾਂ ਦੱਸ ਦਿਓ ਵੀ ਇਸ ਪਰਦੇ ਪਿੱਛੇ ਹੈ ਕੀ ਹੈ ਸਰ ਡਾਕਟਰ ਖਾਲਿਦ? ਦੇਖੋ, ਜਿਹੜੀ ਇਹ ਰਾਜਨੀਤੀ ਚੱਲ ਰਹੀ ਹੈ, ਇਹ ਰਾਜਨੀਤੀ ਦਾ ਇਹ ਨਹੀਂ ਹੈ ਕਿ ਅਚਾਨਕ ਨਮੂਦਾਰ ਹੋ ਗਈ ਹੈ, ਬਲਕਿ ਇਹਦੇ ਪਿੱਛੇ ਇੱਕ ਲੰਬਾ ਇਤਿਹਾਸ ਹੈ, ਬੈਕਗ੍ਰਾਉਂਡ ਹੈ। ਉਸ ਬੈਕਗ੍ਰਾਉਂਡ ਦੇ ਸੰਦਰਭ ਦੇ ਵਿੱਚ ਆਪਾਂ ਦੇਖੀਏ ਤਾਂ ਡੈਫੀਨਿਟਲੀ ਕੈਨੇਡਾ ਦੇ ਵਿੱਚ ਵੀ ਔਰ ਇੰਡੀਆ ਦੇ ਵਿੱਚ ਵੀ ਦੋਨੇ ਜਗ੍ਹਾ ਦੇ ਉੱਪਰ ਇੱਕ ਇਸ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ ਜਿਹਦਾ ਸਹਾਰਾ ਲੈ ਕੇ ਤੁਸੀਂ ਇੱਥੇ ਪੋਲੀਟੀਕਲ ਫਾਇਦਾ ਲੈ ਸਕਦੇ ਆ, ਉਹ ਉੱਥੇ ਪੋਲੀਟੀਕਲ ਫਾਇਦਾ ਲੈ ਸਕਦੇ ਆ, ਔਰ ਉਹਦੇ ਨਾਲ ਨਵੀਆਂ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ, ਨਵੀਆਂ ਲਾਮਬੰਦੀਆਂ ਵੀ ਨਵੀਆਂ ਸ਼ੁਰੂ ਹੋ ਗਈਆਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਕੈਨੇਡਾ ਦੇ ਆ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈ ਬਹੁਤ ਸਾਰੀਆਂ, ਔਰ ਈਵਨ ਜਿਹੜੀਆਂ ਮੁਸਲਿਮ ਆਰਗੇਨਾਈਜੇਸ਼ਨਸ ਹੈ ਉਹਨਾਂ ਨੇ ਟਰੂਡੋ ਦੇ ਬਿਆਨ ਨੂੰ ਸਪੋਰਟ ਕੀਤਾ। ਦੈਟ ਮੀਨਸ ਮੁਸਲਿਮਸ ਐਂਡ ਸਿੱਖਸ ਕਮਿੰਗ ਟੁਗੇਦਰ ਇਨ ਸਪੋਰਟ ਆਫ, ਨਾ ਮੈਂ ਸਾਰੇ ਨਹੀਂ ਕਹਿ ਰਿਹਾ, ਲੇਕਿਨ ਇਹਦਾ ਮਤਲਬ ਇਹ ਹੈਗਾ ਕਿ ਉੱਥੇ ਇੱਕ ਨਵੀਂ ਲਾਮਬੰਦੀ ਸ਼ੁਰੂ ਹੋ ਗਈ ਹੈ ਕਿ ਜਿਹੜੀ ਕਿ ਮਾਈਨੋਰਟੀਜ਼, ਇੱਥੇ ਦੀਆਂ ਮਾਈਨੋਰਟੀਜ਼ ਇੱਕ ਪਾਸੇ ਤੇ ਉਸ ਤੋਂ ਬਾਅਦ ਮੈਜੋਰਿਟੀ ਉੱਥੇ ਜਿਹੜੀ ਹੈਗੀ ਇੰਡੀਆ ਦੀ ਉੱਥੇ ਇੱਕ ਪਾਸੇ। ਜਿਵੇਂ ਇਸ਼ਾਰਾ ਕੀਤਾ ਹੈ ਕਿ ਹਿੰਦੂ ਵਰਸਸ ਸਿੱਖ ਜਾਂ ਹਿੰਦੂ ਵਰਸਸ ਮਾਈਨੋਰਟੀਜ਼, ਇਹ ਸਾਰੀਆਂ ਚੀਜ਼ਾਂ ਵੀ ਉੱਥੇ ਹੋ ਸਕਦੀਆਂ ਹਨ, ਜਿਵੇਂ ਕਿ ਈਵਨ ਅਮਰੀਕਾ ਦੇ ਵਿੱਚ ਇਹ ਚੀਜ਼ ਹੈਗੀ ਹੈ, ਹੋਰ ਵੀ ਕਈ ਜਗ੍ਹਾ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਅਗਰ ਇਹ ਸਾਰਾ ਕੁਝ ਹੁੰਦਾ ਯੂਕੇ ਦੇ ਵਿੱਚ ਫॉर ਐਗਜ਼ਾਮਪਲ, ਅਗਰ ਇਹ ਸਾਰਾ ਕੁਝ ਹੁੰਦਾ ਹੈ ਤਾਂ ਡੈਫੀਨਿਟਲੀ ਇਹਦਾ ਪ੍ਰਭਾਵ ਜਿਹੜਾ ਹੈਗਾ ਦੋਨਾਂ ਦੇਸ਼ਾਂ ਦੇ ਰਿਲੇਸ਼ਨਸ ਤੇ ਵੀ ਪਏਗਾ ਔਰ ਦੋਨਾਂ ਦੇਸ਼ਾਂ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਪਏਗਾ ਔਰ ਓਵਰਆਲ ਇੰਟਰਨੈਸ਼ਨਲ ਰਿਲੇਸ਼ਨਸ ਦੇ ਉੱਪਰ ਵੀ ਇਹਦਾ ਪ੍ਰਭਾਵ ਪਏਗਾ। ਚਲੋ, ਬਹੁਤ ਧੰਨਵਾਦ ਡਾਕਟਰ ਖਾਲਿਦ ਤੁਹਾਡਾ। ਡਾਕਟਰ ਜਗਰੂਪ ਸਿੰਘ ਸੇਖੋਂ ਤੁਹਾਡਾ ਵੀ ਬਹੁਤ ਧੰਨਵਾਦ। ਦੋਨੋਂ ਮਹਿਮਾਨਾਂ ਨੇ ਜਿਸ ਤਰੀਕੇ ਨਾਲ ਇਸ ਮੁੱਦੇ ਦਾ ਵਿਸ਼ਲੇਸ਼ਣ ਕੀਤਾ, ਉਮੀਦ ਕਰਦਾ ਕਿ ਤੁਹਾਨੂੰ ਬਹੁਤ ਕੁਝ ਸਮਝ ਆ ਗਿਆ ਹੋਊਗਾ। ਕੁੜੱਤਣ ਦੀ ਜੜ ਕੀ ਹੈ ਤੇ ਇਸ ਜੜ ਦੇ ਵਿਚਾਲੇ ਹਾਸਲ ਕੀ ਕੀਤਾ ਜਾ ਰਿਹਾ। ਬਹੁਤ ਧੰਨਵਾਦ।